ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਪਗ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਮਿਟੰਗਣਾ ਅਮਰਦਾਸ ਗੁਰ ਤੇ ਧਿਆਨ ਜੀ ਤੇ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਾਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰਾ ਧਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸਨ ਸੋਏ। ਵਾਹਿਗੁਰੂ ਜੀ। ਦੋਹਰਾ ਏਕ ਸਿੱਖ ਸਤਿਗੁਰੂ ਕੋ ਪੂਰਬ ਤੇ ਚਲ ਆਏ। ਲਾਲ ਸਿੰਘ ਤਿਸ ਨਾਮ ਹੈ ਕਰ ਦਰਸ਼ਨ ਕੋ ਚਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਤੱਖ ਹਰ ਬਾਣੀ ਕੇ ਬੋਹਿਤ ਪੰਚਮ ਗੁਰੂਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਤਨਾਂ ਦੇ ਫਰਜ਼ੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਵਡਯੋਧਾ ਬਹੁਪਾਰੀ ਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਸ਼ੇਹਰਟਾ ਸਾਹਿਬ ਵਿਖੇ ਆਪ ਸਿੱਖ ਸੰਗਤਾਂ ਬੜੀ ਭਾਵਨਾ ਦੇ ਨਾਲ ਜੁਗੋ ਜੁਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠੇ ਹੋ। ਸਤਿਗੁਰੂ ਜੀ ਦੀ ਮਿਹਰਮਤ ਨਾਲ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਨਾਲ ਸੰਧਿਆ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਿਹਰਮਤ ਕਰਦਿਆਂ ਹੋਇਆਂ ਆਪਣਾ ਮਾਨਾ ਮੱਤਾ ਇਤਿਹਾਸ ਸਾਂਝਾ ਕਰਵਾ ਰਹੇ ਨੇ।
ਪਿਛਲੇ ਦਿਨਾਂ ਵਿੱਚ ਆਪ ਜੀਆਂ ਨੇ ਸ਼ਰਵਣ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਆਪਣੇ ਗੁਰਸਿੱਖਾਂ ਉੱਤੇ ਕੀਤੀਆਂ। ਅਗੰਮੀ ਬੋਲ ਮੇਰੇ ਸਤਿਗੁਰਾਂ ਜੀ ਨੇ ਆਪਣੀ ਰਸਨਾ ਤੋਂ ਕਹਿੰਦਿਆਂ ਬੜੀ ਵਡਿਆਈ ਗੁਰਸਿੱਖਾਂ ਦੀ ਝੋਲੀ ਵਿੱਚ ਪਾਈ। ਨਾਮ ਲੈ ਲੈ ਕੇ ਗੁਰਸਿੱਖਾਂ ਨੂੰ ਬਾਦਸ਼ਾਹੀਆਂ ਬਖਸ਼ੀਆਂ, ਕਿਸੇ ਨੂੰ ਜ਼ਿਮੀਂਦਾਰਾ ਬਖਸ਼ਿਆ, ਕਿਸੇ ਨੂੰ ਰਾਜ ਭਾਗ ਬਖਸ਼ਿਆ, ਖਾਲਸੇ ਦੀ ਝੋਲੀ 'ਚ ਰਾਜ ਭਾਗ ਪਾਇਆ। ਕਲਗੀਧਰ ਸਤਿਗੁਰੂ ਜੀ ਗੁਰਸਿੱਖਾਂ ਨੂੰ ਬੇਅੰਤ ਦਾਤਾਂ ਦੇ ਕੇ ਤੇ ਆਪਣੇ ਮਹਿਲਾਂ ਵਿੱਚ ਪਹੁੰਚੇ। ਮਾਤਾ ਜੀਤੋ ਜੀ ਮੌਜੂਦ ਸਨ ਕੋਲ ਜਦੋਂ ਗੁਰਸਿੱਖਾਂ ਦੀ ਝੋਲੀ 'ਚ ਦਾਤਾਂ ਪਾਈਆਂ। ਇੱਕ ਮਾਂ ਹੋਣ ਦੇ ਨਾਤੇ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਫਰਿਆਦ ਕੀਤੀ ਕਿ ਸਤਿਗੁਰੂ ਜੀ, ਤੁਸੀਂ ਗੁਰਸਿੱਖਾਂ ਦੀ ਝੋਲੀ 'ਚ ਬੇਅੰਤ ਦਾਤਾਂ ਪਾਈਆਂ ਨੇ, ਮੇਰੇ ਪੁੱਤਰਾਂ ਦਾ ਕੀ ਹੋਵੇਗਾ, ਮੇਰੇ ਬੇਟਿਆਂ ਦਾ ਕੀ ਹੋਵੇਗਾ। ਇਹਨਾਂ ਵਾਸਤੇ ਆਪ ਜੀ ਨੇ ਕੋਈ ਬੋਲ ਅੱਜ ਸੰਗਤ ਵਿੱਚ ਕਿਹਾ ਨਹੀਂ, ਬਾਕੀ ਤੇ ਸਾਰਿਆਂ ਤੇ ਬੜੀ ਰਹਿਮਤ ਕੀਤੀ ਤੁਸਾਂ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਚੰਗੀ ਤਰ੍ਹਾਂ ਜਾਣਦੇ ਸਨ ਆਉਣ ਵਾਲੇ ਸਮੇਂ ਨੂੰ। ਮਾਤਾ ਜੀਤੋ ਜੀ ਨੇ ਉਹ ਸਮਾਂ ਨਹੀਂ ਸੀ ਵੇਖਣਾ, ਇਹ ਕਲਗੀਧਰ ਸਤਿਗੁਰੂ ਜੀ ਜਾਣਦੇ ਆ। ਕੱਲ ਸ਼ਾਮ ਦੀ ਕਥਾ 'ਚ ਆਪ ਜੀਆਂ ਨੇ ਸ਼ਰਵਣ ਕੀਤਾ ਕਿ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਨੂੰ ਬੋਲ ਆਖੇ, ਤੁਸੀਂ ਉਹਨਾਂ ਦੀ ਚਿੰਤਾ ਨਾ ਕਰੋ, ਤੁਸੀਂ ਆਪਣੇ ਫਰਜ਼ੰਦਾਂ ਦੀ, ਆਪਣੇ ਸਾਹਿਬਜ਼ਾਦਿਆਂ ਦੀ ਚਿੰਤਾ ਨਾ ਲਾਓ ਮਨ ਉੱਤੇ। ਉਹਨਾਂ ਨੇ ਫਰਸ਼ ਤੇ ਨਹੀਂ, ਭਾਵ ਧਰਤੀ ਤੇ ਨਹੀਂ, ਅਰਸ਼ਾਂ ਦੇ ਉੱਤੇ ਰਾਜ ਕਰਨਾ ਹੈ। ਸਤਿਗੁਰੂ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪਰਿਵਾਰ, ਆਪਣੇ ਪੁੱਤਰ, ਆਪਣਾ ਸਰਬੰਸੀ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਜ਼ੁਲਮ ਦੇ ਟਾਕਰੇ ਵਾਸਤੇ, ਆਪਣੀ ਕੌਮ ਦੇ ਵਾਸਤੇ ਕੁਰਬਾਨ ਕਰ ਦੇਣਾ ਹੈ। ਸਤਿਗੁਰੂ ਜੀ ਕਹਿੰਦੇ ਤੁਹਾਡਾ ਵਾਸਾ ਉਸ ਥਾਂ ਤੇ ਹੋ ਜਾਣਾ ਹੈ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ ਸੁੱਖ, ਕਿਸੇ ਤਰ੍ਹਾਂ ਦੀ ਚਿੰਤਾ ਹੀ ਨਹੀਂ ਤੁਹਾਨੂੰ ਹੋ ਪਾਵੇਗੀ। ਇਹ ਭਵਿੱਖਤ ਵਾਕ ਸਨ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਮਾਤਾ ਜੀਤੋ ਜੀਆਂ ਨੂੰ ਇਹ ਅਗੰਮੀ ਬੋਲ ਕਹੇ, ਭਰੋਸਾ ਦਿਵਾਇਆ, ਸਿਦਕ ਸੰਤੋਖ ਦੀ ਦਾਤ ਬਖਸ਼ਿਸ਼ ਕੀਤੀ। ਆਖਿਆ ਗੁਰੂ ਕਾ ਖਾਲਸਾ ਵੀ ਸਾਡਾ ਪੁੱਤਰ ਹੈ, ਇਹ ਹਮੇਸ਼ਾ ਗੁਰੂ ਘਰ ਦਾ ਆਗਿਆਕਾਰ ਰਹੇਗਾ, ਗੁਰੂ ਕੀ ਸ਼ਰਨ ਵਿੱਚ ਰਹੇਗਾ। ਤਾਂ ਹੀ ਸਤਿਗੁਰੂ ਜੀ ਦੇ ਆਪਾਂ ਰੱਬੀ ਬੋਲ ਪੜ੍ਹਦੇ ਹਾਂ ਕਿ ਜਿੰਨੀ ਦੇਰ ਇਹ ਖਾਲਸਾ ਨਿਆਰਾ ਹੈ, ਗੁਰੂ ਅਨੁਸਾਰ ਹੋ ਕੇ ਚੱਲਦਾ ਹੈ, ਤੇ ਸਤਿਗੁਰੂ ਸਾਹਿਬ ਮਹਾਰਾਜ ਸਾਰਾ ਕੁਝ ਹੀ ਬਖਸ਼ਿਸ਼ ਕਰਦੇ ਨੇ। ਤੇ ਜਦੋਂ ਕੋਈ ਆਗੀ ਹੋ ਜਾਏ, ਗੁਰੂ ਤੇ ਭਰੋਸਾ ਹੀ ਨਾ ਰਵੇ, ਅਕੀਦਾ ਹੀ ਨਾ ਰਵੇ, ਤੇ ਇੱਧਰ ਉੱਧਰ ਭਟਕਣ ਲੱਗ ਪਏ, ਫਿਰ ਉਹਦੇ ਵਿੱਚ ਭਗਤ ਕਬੀਰ ਸਾਹਿਬ ਆਖਦੇ ਗੁਰੂ ਦਾ ਕੋਈ ਦੋਸ਼ ਨਹੀਂ, ਅਸਲ ਵਿੱਚ ਦੋਸ਼ੀ ਫਿਰ ਉਹ ਆਪ ਸਿੱਖ ਹੈ ਜਿਹੜਾ ਗੁਰੂ ਕੇ ਬੋਲਾਂ ਨੂੰ ਕਮਾਉਂਦਾ ਨਹੀਂ। ਇਸ ਪ੍ਰਕਾਰ ਦੇ ਬੋਲ ਆਪ ਜੀਆਂ ਨੇ ਕੱਲ ਸ਼ਰਵਣ ਕੀਤੇ। ਕਲਗੀਧਰ ਸਤਿਗੁਰਾਂ ਦੇ ਪਾਸ ਬਹੁਤ ਸਾਰੇ ਕਵੀ ਜਨ ਹਰ ਵੇਲੇ ਰਹਿੰਦੇ ਨੇ। ਵੰਨ ਸੁਵੰਨੇ ਬੋਲ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੂੰ ਕਈ ਪ੍ਰਕਾਰ ਦੇ ਕਵਿਤ, ਸਵਈਏ, ਕਵਿਤਾਵਾਂ ਰਚ ਕੇ ਸੁਣਾਉਂਦੇ। ਫਿਰ ਉਹਨਾਂ ਦੇ ਅਰਥਾਂ ਦੇ ਉੱਤੇ ਇਹਨਾਂ ਕਵੀ ਜਨ ਗੁਰਸਿੱਖਾਂ ਦੀ ਆਪਸ ਦੇ ਵਿੱਚ ਚਰਚਾ ਹੁੰਦੀ। ਫਿਰ ਸਤਿਗੁਰੂ ਜੀ ਉਸ ਗੱਲ ਦਾ ਨਿਤਾਰਾ ਕਰਦੇ। ਬੇਅੰਤ ਰੌਣਕਾਂ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗਦੀਆਂ। ਕਵੀਆਂ ਨੂੰ ਬੜਾ ਮਾਣ, ਬੜਾ ਅਦਬ ਸਤਿਕਾਰ ਗੁਰੂ ਘਰ ਵੱਲੋਂ ਪ੍ਰਾਪਤ ਹੁੰਦਾ। ਇਵੇਂ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਤੀਤ ਹੋ ਰਿਹਾ ਹੈ। ਤੇ ਅੱਜ ਇੱਕ ਸਾਖੀ ਬੜੀ ਪਿਆਰੀ ਤਕਰੀਬਨ ਆਪ ਜੀਆਂ ਦੇ ਵਿੱਚੋਂ ਬਹੁਤਿਆਂ ਨੇ ਸ਼ਰਵਣ ਕੀਤੀ ਹੋਵੇਗੀ ਕਿ ਜਦੋਂ ਕੋਈ ਗੁਰਸਿੱਖ ਪਿਆਰਾ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ ਤੇ ਕਈ ਵਾਰ ਉਹ ਹੱਠ ਕਰ ਬੈਠਦਾ ਹੈ, ਹੰਕਾਰ ਕਰ ਬੈਠਦਾ ਹੈ। ਕਈ ਵਾਰੀ ਆਪਣੀ ਮੱਤ ਦਾ, ਕਈ ਵਾਰੀ ਆਪਣੇ ਵੱਲੋਂ ਲਿਆਂਦੀ ਹੋਈ ਭੇਟਾ ਦਾ, ਕਈ ਵਾਰ ਆਪਣੀ ਚਤੁਰਾਈ ਦਾ, ਸਿਆਣਪ ਦਾ, ਤੇ ਹੰਕਾਰ ਵਿੱਚ ਮੱਤੇ ਹੋਏ ਨੂੰ ਕਈ ਵਾਰੀ ਇਸ ਗੱਲ ਦੀ ਪਰਖ ਹੀ ਨਹੀਂ ਰਹਿੰਦੀ, ਕਿਉਂਕਿ ਜਦੋਂ ਬੰਦਾ ਹੰਕਾਰ ਵਿੱਚ ਹੁੰਦਾ ਹੈ ਤੇ ਹੰਕਾਰ ਦਾ ਹੀ ਰੂਪ ਹੋ ਚੁੱਕਿਆ ਹੁੰਦਾ ਹੈ।
ਜਦੋਂ ਬੰਦਾ ਕ੍ਰੋਧ ਵਿੱਚ ਹੁੰਦਾ ਹੈ ਤੇ ਕਈ ਵਾਰ ਕ੍ਰੋਧ ਦਾ ਹੀ ਰੂਪ ਹੋ ਚੁੱਕਿਆ ਹੁੰਦਾ ਹੈ, ਉਹ ਆਪਣੇ ਆਪ ਨੂੰ ਤੇ ਗੁੱਸੇ ਨੂੰ ਆਪਣੇ ਤੋਂ ਵੱਖਰਾ ਨਹੀਂ ਵੇਖਦਾ। ਉਹ ਐਵੇਂ ਜਾਣਦਾ ਹੈ ਕਿ ਜਿਵੇਂ ਮੈਂ ਹੀ ਗੁੱਸੇ ਦਾ ਰੂਪ ਧਾਰਨ ਕਰ ਲਿਆ। ਇਸੇ ਪ੍ਰਕਾਰ ਕਾਮ ਵਾਸਨਾ ਵਸ ਹੋਇਆ, ਵਿਕਾਰਾਂ ਵਸ ਵਿਕਾਰ ਸੰਯੁਕਤ ਹੋਇਆ ਮਨ, ਉਹੀ ਪਰਖ ਭੁਲਾ ਦਿੰਦਾ ਹੈ। ਤੇ ਜਦੋਂ ਫਿਰ ਬੰਦਾ ਕੁਝ ਸਮਾਂ ਬੀਤ ਜਾਣ ਬਾਅਦ ਜਦੋਂ ਕੋਈ ਗੁੱਸੇ ਵਾਲੀ ਕ੍ਰੋਧ ਵਾਲੀ ਗੱਲ ਹੋਵੇ, ਉਹ ਸਮਾਂ ਲੰਘ ਜਾਏ, ਆਲਾ ਟਾਲਾ ਕਰ ਜਾਏ ਬੰਦਾ, ਤੇ ਫਿਰ ਉਸ ਤੋਂ ਬਾਅਦ ਉਹ ਵੇਖਦਾ ਹੈ ਕਿ ਮੈਂ ਵੱਖਰਾ ਹਾਂ, ਕ੍ਰੋਧ ਵੱਖਰਾ ਹੈ। ਤੇ ਮੈਂ ਕ੍ਰੋਧ ਸੰਯੁਕਤ ਸੀ, ਮੈਂ ਲੋਭ ਸੰਯੁਕਤ ਸੀ, ਮੈਂ ਹੰਕਾਰ ਸੰਯੁਕਤ ਹੋ ਕੇ ਬੋਲ ਗਏ ਆ। ਕਲਗੀਧਰ ਸਤਿਗੁਰਾਂ ਦੇ ਪਾਸ ਇੱਕ ਗੁਰਸਿੱਖ ਪਿਆਰਾ ਚੱਲ ਕੇ ਆਉਂਦਾ ਹੈ, ਬੜੀ ਕੀਮਤੀ ਭੇਟਾ ਲੈ ਕੇ ਆਉਂਦਾ ਹੈ। ਤੇ ਉਸ ਭੇਟਾ ਤੇ ਉਹਨੂੰ ਬੜਾ ਯਕੀਨ ਆ, ਤੇ ਇੰਨਾ ਯਕੀਨ ਆ ਭੇਟਾ ਤੇ ਕਿ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਉਹ ਇੱਕ ਪ੍ਰਕਾਰ ਦੀ ਜਿੱਦ ਲਾ ਬੈਂਦਾ, ਸ਼ਰਤ ਲਾ ਬੈਠਦਾ ਹੈ। ਤੇ ਫਿਰ ਜਦੋਂ ਆਪਣੇ ਆਪ ਨੂੰ ਕ੍ਰੋਧ ਨਾਲੋਂ, ਹੰਕਾਰ ਨਾਲੋਂ, ਵਿਕਾਰਾਂ ਨਾਲੋਂ ਵੱਖਰਾ ਕਰਕੇ ਵੇਖਦਾ ਹੈ, ਤੇ ਫਿਰ ਸਮਝ ਪੈਂਦੀ ਵੀ ਮੈਂ ਕਲਗੀਧਰ ਸਤਿਗੁਰੂ ਦੇ ਨਾਲ ਕਮਿਟਮੈਂਟ ਕਰ ਆਇਆ, ਮੈਂ ਸਤਿਗੁਰੂ ਜੀ ਨੂੰ ਚੈਲੰਜ ਕਰ ਆਇਆ। ਇਸ ਪ੍ਰਕਾਰ ਦੀ ਸਾਖੀ ਆਪਾਂ ਰਲ ਮਿਲ ਕੇ ਸਰਵਣ ਕਰਨ ਦਾ ਯਤਨ ਕਰਾਂਗੇ। ਗੁਰੂ ਕਿਰਪਾ ਕਰੇ, ਗੁਰਮਤਿ ਦੀ ਸੂਝ ਬੂਝ ਸਾਨੂੰ ਸਹਿਬ ਬਖਸ਼ਿਸ਼ ਕਰਨ। ਆਪ ਵਿੱਚ ਵਰਤਨ ਆਪਣੀ ਵਡਿਆਈ, ਆਪਣੀ ਸ਼ੋਭਾ ਸਤਿਗੁਰੂ ਜੀ ਆਪ ਹੀ ਇਸ ਗੁਰ ਇਤਿਹਾਸ ਦੀ ਸਾਖੀ ਰਾਹੀਂ ਕਰਵਾ ਲੈਣ। ਬੇਸ਼ੁਮਾਰ ਅਥਾਹ ਅਗਣਤ ਅਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਲੀ ਰਹਿਮਤ ਮੇਰੇ ਪਾਤਸ਼ਾਹ ਜੀ ਕਰਨ। ਹਮਰੀ ਜਿਹਵਾ ਏਕ ਪ੍ਰਭ, ਹਰ ਕੇ ਗੁਣ ਅਗੰਮ ਅਗਾਹ, ਹਮ ਕਿਉ ਕਰ ਜਪਹਿ ਇਆਣਿਆ, ਹਰ ਤੁਮ ਵੱਡ ਅਗੰਮ ਅਥਾਹ। ਸਤਿਗੁਰੂ ਜੀ ਆਪ ਹੀ ਰਸਨਾ ਤੇ ਵਰਤ ਕੇ ਆਪਣੀ ਵਡਿਆਈ ਕਰਵਾਉਣ। ਸੰਗਤ ਜੀ ਆਓ ਮਨ ਚਿਤ ਬਿਰਤੀ ਇਕਾਗਰ ਕਰੀਏ। ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਮਨ ਦੀ ਸਾਵਧਾਨਤਾ ਲਈ ਸਾਰੇ ਉਚਾਰਨ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਏਕ ਸਿੱਖ ਸਤਿਗੁਰੂ ਕਾ ਪੂਰਬ ਤੇ ਚਲ ਆਏ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦੁਪਹਿਰ ਦਾ ਦੀਵਾਨ ਸਜਿਆ ਹੋਇਆ ਹੈ। ਗੁਰਸਿੱਖ ਪਿਆਰੇ ਮੇਰੇ ਸਤਿਗੁਰਾਂ ਦੀ ਨਾਲੇ ਦੀਦ ਪਾ ਰਹੇ ਨੇ, ਦੀਦਾਰ ਕਰ ਰਹੇ ਆ, ਨਾਲ ਅਗੰਮੀ ਬੋਲ ਮੇਰੇ ਪਾਤਸ਼ਾਹ ਜੀ ਦੇ ਸਰਵਣ ਕਰ ਰਹੇ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦੀਦਾਰੇ ਕਰ ਕਰਕੇ ਨੇਤਰ ਤ੍ਰਿਪਤ ਨਹੀਂ ਹੋ ਰਹੇ, ਰੱਜ ਨਹੀਂ ਰਹੇ। ਕੋਲ ਗੁਰਸਿੱਖ ਬੈਠੇ ਹੋਏ ਨੇ ਤੇ ਉਹਨਾਂ ਗੁਰਸਿੱਖਾਂ ਦੇ ਬੈਠਿਆਂ, ਸਭਾ ਦੇ ਲੱਗਿਆਂ, ਦੀਵਾਨ ਦੇ ਸਜਿਆਂ ਹੋਇਆਂ ਇੱਕ ਗੁਰਸਿੱਖ ਪਿਆਰਾ ਪੂਰਬ ਦੀ ਧਰਤੀ ਤੋਂ ਚੱਲ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਕੋਲ ਆ ਪਹੁੰਚਿਆ ਹੈ। ਲਾਲ ਸਿੰਘ ਕਿਸ ਨਾਮ ਹੈ, ਕਰ ਦਰਸ਼ਨ ਕੋ ਚਾਏ। ਇਸ ਗੁਰਸਿੱਖ ਦਾ ਨਾਮ ਇਤਿਹਾਸ ਨੇ ਭਾਈ ਲਾਲ ਸਿੰਘ ਆਖਿਆ ਹੈ। ਭਾਈ ਲਾਲ ਸਿੰਘ ਬੜੇ ਚਾਅ ਦੇ ਨਾਲ, ਬੜੀ ਖੁਸ਼ੀ ਦੇ ਨਾਲ, ਬੜੀ ਭਾਵਨਾ ਦੇ ਨਾਲ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਪਹੁੰਚਿਆ ਸ੍ਰੀ ਅਨੰਦਪੁਰ ਸਾਹਿਬ ਸਭਾ ਵਿੱਚ। ਚੌਪਈ ਜਥਾ ਸ਼ਕਤ ਕਰ ਅਰਪ ਖੋਰ, ਬੰਧਨ ਕਰੀ ਹਾਥ ਜੁਗ ਜੋਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਥਾ ਸ਼ਕਤ ਭੇਟਾ ਲਿਆ ਕੇ ਅਰਪਣ ਕੀਤੀ, ਬੇਨਤੀ ਕੀਤੀ, ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਸਪਰਸ਼ ਕੀਤਾ, ਆਪਣੇ ਆਪ ਨੂੰ ਭਾਗਾਂ ਵਾਲਾ ਜਾਣਿਆ। ਦੋਵੇਂ ਹੱਥ ਜੋੜ ਵਾਰ-ਵਾਰ ਬੰਦਨਾ ਕਰ ਰਹੇ ਹਨ। ਬੈਠਿਓ ਸਭਾ ਮਾਹੀ ਗੁਰ ਆਗੇ, ਪੀਠ ਪਰ ਸਿੱਖ ਦੇਖਣ ਲਾਗੇ। ਤੇ ਸਾਧ ਸੰਗਤ ਜੀ ਜਿੱਥੇ ਮਾਇਆ ਕਰਕੇ ਭੇਟਾ ਲਿਆਂਦੀ, ਕੁਝ ਹੋਰ ਵਸਤੂਆਂ ਲਿਆਂਦੀਆਂ ਭੇਟਾਵਾਂ ਦੇ ਤੌਰ ਤੇ, ਇਹਨੇ ਜਦੋਂ ਲਿਆ ਕੇ ਉਹ ਭੇਟਾਵਾਂ ਸਤਿਗੁਰੂ ਜੀ ਦੇ ਸਾਹਮਣੇ ਰੱਖੀਆਂ ਤੇ ਇੱਕ ਵਸਤਰ ਦੇ ਵਿੱਚ, ਕੱਪੜੇ ਦੇ ਵਿੱਚ ਢਾਲ ਲਪੇਟੀ ਹੋਈ ਉਹ ਵੀ ਲਿਆ ਕੇ ਸਤਿਗੁਰੂ ਜੀ ਨੂੰ ਭੇਟ ਕਰ ਦਿੱਤੀ।
ਚਰਨਾਂ ਦੇ ਵਿੱਚ ਉਹ ਢਾਲ ਰੱਖ ਦਿੱਤੀ। ਉਹ ਢਾਲ, ਉਹ ਸਿਪਰ ਜਿਹਨੂੰ ਜੰਗ ਦੇ ਮੈਦਾਨ ਵਿੱਚ ਸੂਰਮੇ ਆਪਣਾ ਬਚਾਅ ਕਰਨ ਵਾਸਤੇ ਵਰਤਦੇ ਹਨ। ਆਪਾਂ ਅਕਸਰ ਵੇਖਦੇ ਆ ਜਦੋਂ ਅੱਜ ਆਪਣੇ ਨੌਜਵਾਨ ਭੁਜੰਗੀ ਸਿੰਘ ਗੱਤਕਾ ਖੇਡਦੇ ਆਪਣੇ ਕਰਤੱਵ ਵਿਖਾਉਂਦੇ ਨੇ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਸ਼ਮਸ਼ੀਰ ਫੜੀ ਹੁੰਦੀ ਆ, ਤੇਗ ਫੜੀ ਹੁੰਦੀ, ਤੇ ਇੱਕ ਦੇ ਉੱਤੇ ਵਾਰ ਰੋਕਣ ਵਾਸਤੇ ਉਹਨਾਂ ਨੇ ਲੋਹੇ ਦਾ ਸੌਖਾ ਸਮਝਣਾ ਹੋਵੇ ਤੇ ਤਵੇ ਦੇ ਆਕਾਰ ਦੀ ਇੱਕ ਢਾਲ ਫੜੀ ਹੁੰਦੀ, ਜਿਹਦੇ ਤੇ ਅਗਲੇ ਪਾਸਿਓਂ ਹੋਣ ਵਾਲਾ ਵਾਰ ਜਿਹੜਾ ਰੁਕਿਆ ਜਾਂਦਾ ਉਹਨੂੰ ਢਾਲ ਆਖਿਆ ਜਾਂਦਾ ਹੈ। ਹੁਣ ਭਾਈ ਲਾਲ ਸਿੰਘ ਨੇ ਉਹ ਢਾਲ ਲਿਆ ਕੇ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ। ਸਤਿਗੁਰਾਂ ਇਸ਼ਾਰਾ ਕੀਤਾ, ਉਹ ਕੱਪੜੇ ਦੇ ਵਿੱਚੋਂ ਢਾਲ ਬਾਹਰ ਕਢਵਾਈ ਤੇ ਉਹ ਢਾਲ ਵੇਖਣ ਨੂੰ ਬੜੀ ਕੀਮਤੀ ਲੱਗ ਰਹੀ ਆ, ਵੀ ਬੜੀ ਕੀਮਤ ਦੇ ਨਾਲ ਬਣੀ ਆ, ਬੜੀ ਪੱਕੀ ਢਾਲ। ਤੇ ਸਾਰੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਸੂਰਮੇ ਬੈਠੇ ਅਗਲੇ ਪਾਸੇ, ਜਿਹੜੇ ਰੋਜ਼ਾਨਾ ਸ਼ਸਤਰਾਂ ਦਾ ਅਭਿਆਸ ਕਰਦੇ ਆ, ਜੰਗ ਦਾ ਅਭਿਆਸ ਕਰਦੇ। ਉਹ ਸਿੰਘ ਵਾਰੀ-ਵਾਰੀ ਉਸ ਢਾਲ ਨੂੰ ਆਪਣੇ ਹੱਥ ਵਿੱਚ ਲੈ ਕੇ ਟੁੰਨ ਲੱਗ ਪਏ, ਕਿਉਂਕਿ ਜਦੋਂ ਵੀ ਕੋਈ ਨਵਾਂ ਸ਼ਸਤਰ ਮੇਰੇ ਸਤਿਗੁਰਾਂ ਦੇ ਪਾਸ ਕੋਈ ਗੁਰਸਿੱਖ ਲਿਆ ਕੇ ਭੇਟਾ ਕਰਦਾ ਹੈ, ਕੋਈ ਘੋੜਾ ਲੈ ਕੇ ਆਉਂਦਾ, ਤੇ ਉਹਦੀ ਪਰਖ ਕੀਤੀ ਜਾਂਦੀ ਆ। ਪਹਿਲਾਂ ਉਹਨੂੰ ਟਟੋਲਿਆ ਜਾਂਦਾ ਹੈ ਚੰਗੀ ਤਰ੍ਹਾਂ, ਕਿਉਂਕਿ ਜੰਗ ਦੇ ਮੈਦਾਨ ਵਿੱਚ ਧੋਖਾ ਨਾ ਦੇ ਜਾਏ। ਹੁਣ ਇਹ ਬੜੀ ਕੀਮਤੀ ਢਾਲ ਲੱਗੀ ਗੁਰਸਿੱਖਾਂ ਨੂੰ। ਸਿੰਘ ਉਹਨੂੰ ਵਾਰ-ਵਾਰ ਆਪਣੇ ਹੱਥਾਂ ਵਿੱਚ ਕੋਈ ਇੱਕ ਵੇਖਦਾ ਹੈ, ਉਹਦੇ ਤੋਂ ਫੜ ਕੇ ਦੂਸਰਾ ਵੇਖਣ ਲੱਗ ਪੈਂਦਾ ਹੈ। ਕਵੀ ਜੀ ਕਹਿੰਦੇ ਇਸੇ ਪ੍ਰਕਾਰ ਸਿੰਘਾਂ ਨੇ ਵਾਰੀ-ਵਾਰੀ ਉਸ ਢਾਲ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਵੇਖਿਆ ਹੈ। ਗਹਿ ਗਏ ਹੱਥਨ ਬਿਕੇ ਸਲਾਹੇ, ਆਸ਼ੀ ਆਸ਼ੀ ਸਭਨ ਕਹਾ ਹੈ। ਤੇ ਸਾਧ ਸੰਗਤ ਵੰਨ ਸੁਵੰਨੇ ਹੱਥਾਂ ਦੇ ਵਿੱਚ ਵੇਖਦਿਆਂ ਵੇਖਦਿਆਂ ਗੁਰਸਿੱਖਾਂ ਨੇ ਜਦੋਂ ਉਹਦੀ ਪਰਖ ਕੀਤੀ, ਉਹਨੂੰ ਟੋਹ ਕੇ ਵੇਖਿਆ, ਉਹਨੂੰ ਆਪਣੀਆਂ ਉਂਗਲਾਂ ਦੇ ਨਾਲ ਸਪਰਸ਼ ਕਰਕੇ ਵੇਖਿਆ, ਉਹ ਕਿਸ ਧਾਤ ਦੀ ਬਣੀ ਹੋਈ ਆ, ਗੈਂਡੇ ਦੀ ਖੱਲ ਦੀ ਬਣੀ ਹੋਈ ਆ। ਤੇ ਸਾਧ ਸੰਗਤ ਜੀ ਉਹਨੂੰ ਟੋਹ ਟੋਹ ਕੇ ਵੇਖਦੇ ਆ ਤੇ ਸਹਿਜ ਸੁਭਾਅ ਹੀ ਕਹਿਣ ਲੱਗ ਪਏ, ਬੜੀ ਕੀਮਤੀ ਢਾਲ ਆ, ਬੜੀ ਪੱਕੀ ਢਾਲ ਆ ਇਹ। ਤੇ ਸੰਗਤ ਜੀ ਜਿਹੜਾ ਲੈ ਕੇ ਆਇਆ ਸੀ, ਉਹਨੇ ਜਦੋਂ ਗੁਰਸਿੱਖਾਂ ਦੇ ਮੂੰਹ ਇਹ ਬੋਲ ਸੁਣੇ ਵੀ ਬੜੀ ਕੀਮਤੀ ਆ, ਬੜੀ ਵਧੀਆ, ਬੜੀ ਪੱਕੀ ਢਾਲ ਲੈ ਕੇ ਆਇਆ ਸੀ ਗੁਰੂ ਚਰਨਾਂ ਵਿੱਚ ਭੇਟ ਕਰਨ ਵਾਸਤੇ। ਭੇਟਾ ਇਸ ਕਰਕੇ ਕਰਨੀ ਸੀ ਮੈਂ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰ ਲਵਾਂ। ਤੇ ਪਰ ਜਦੋਂ ਗੁਰਸਿੱਖਾਂ ਦੇ ਕੋਲੋਂ ਸਤਿਗੁਰੂ ਜੀ ਨੇ ਬੋਲ ਖਵਾ ਦਿੱਤੇ, ਬੜੀ ਕੀਮਤੀ ਢਾਲ, ਬੜੀ ਪੱਕੀ ਢਾਲ। ਜਦੋਂ ਵਾਰ-ਵਾਰ ਗੁਰਸਿੱਖਾਂ ਨੇ ਬੋਲ ਆਖੇ ਤੇ ਬਸ ਉਹ ਅੰਦਰ ਘਰ ਕਰ ਗਈ ਚੀਜ਼, ਵੀ ਵਾਕਿਆ ਇਹੋ ਜਿਹੀ ਚੀਜ਼ ਨਹੀਂ ਹੋਣੀ ਗੁਰੂ ਘਰ ਦੇ ਵਿੱਚ, ਤਾਂ ਕਰਕੇ ਇਹਨੂੰ ਸਲਾਹ ਰਹੇ ਸਾਰੇ, ਇਹੋ ਜਿਹੀ ਗੁਰੂ ਘਰ ਵਿੱਚ ਕੋਈ ਹੋਣੀ ਨਹੀਂ ਆ। ਆਛੀ ਆਛੀ ਸਭਨ ਕਹ ਹੈ, ਸਾਰੇ ਕਹਿਣ ਲੱਗ ਪਏ, ਕਹਿੰਦੇ ਬੜੀ ਚੰਗੀ, ਬੜੀ ਵਧੀਆ। ਤੇ ਜਿੰਨੀ ਸ਼ੋਭਾ ਹੋਣ ਲੱਗ ਪਈ, ਓਨਾ ਹੀ ਹੰਕਾਰ ਅੰਦਰ ਵਧਣ ਲੱਗ ਪਿਆ ਵੀ ਇਹ ਗੁਰਸਿੱਖ ਰੋਜ਼ਾਨਾ ਸ਼ਸਤਰ ਚਲਾਉਂਦੇ ਆ, ਇਹਨਾਂ ਨੂੰ ਇਸ ਗੱਲ ਦਾ ਪਤਾ, ਤੇ ਮੈਂ ਕੀਮਤੀ ਬਣਵਾ ਕੇ ਲੈ ਕੇ ਆਇਆ, ਤਾਂ ਕਰਕੇ ਸਾਰੇ ਇਹਨੂੰ ਚੰਗਾ ਕਹਿ ਰਹੇ ਆ। ਕਵੀ ਜੀ ਆਖਦੇ, ਕਹਿੰਦੇ ਸਾਰਿਆਂ ਨੇ ਵਾਰ-ਵਾਰ ਆਪਣੇ ਹੱਥਾਂ 'ਚ ਫੜੀ ਤੇ ਸਾਰੇ ਕਹਿਣ ਲੱਗ ਪਏ, ਬੜੀ ਪੱਕੀ ਹੈ, ਬੜੀ ਚੰਗੀ ਢਾਲ ਹੈ। ਦ੍ਰਿਸ਼ਟ ਚਲਾਏ ਪ੍ਰਭੂ ਤਬ ਦੇਖੀ, ਕਹੋ ਸਮਾਨ ਆਹੇ ਅਵਰ ਕੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੁਣ ਪਰਖ ਤੇ ਸਤਿਗੁਰੂ ਹੀ ਕਰ ਸਕਦਾ ਹੈ ਨਾ ਇਸ ਗੱਲ ਦੀ, ਵੀ ਅਸੀਂ ਕਿੰਨੇ ਕੁ ਅੰਦਰੋਂ ਕੱਚੇ ਆ, ਪੱਕੇ ਆ, ਵਿਕਾਰਾਂ ਨਾਲ ਗਰਸੇ ਆ, ਜੋ ਬਾਹਰੋਂ ਦਿਸ ਰਹੇ ਆ ਅੰਦਰੋਂ ਵੀ ਉਹ ਹੈ ਆ ਕਿ ਨਹੀਂ। ਬਾਹਰੋਂ ਝੁਕ ਝੁਕ ਮੱਥੇ ਟੇਕ ਰਹੇ ਆ, ਸਲਾਮ ਕਰ ਰਹੇ ਆ, ਸਜਦਾ ਕਰ ਰਹੇ ਆ, ਅਰਦਾਸ ਕਰ ਰਹੇ ਆ, ਗੁਰੂ ਮੰਨ ਰਹੇ ਆ। ਸਾਡਾ ਅੰਦਰ ਵੀ ਸਤਿਗੁਰੂ ਨੂੰ ਗੁਰੂ ਮੰਨ ਰਿਹਾ ਹੈ ਕਿ ਨਹੀਂ ਮੰਨ ਰਿਹਾ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਇਸ ਗੱਲ ਦੀ ਪਰਖ ਤੇ ਸਤਿਗੁਰੂ ਨੇ ਕਰਨੀ ਹੈ ਨਾ। ਅਸੀਂ ਕਿਸੇ ਨੂੰ ਉਹਦੀ ਨਿਮਰਤਾ ਵੇਖ ਕੇ ਬਾਹਰੀ ਤੌਰ ਤੇ ਸਰਟੀਫਿਕੇਟ ਨਹੀਂ ਦੇ ਸਕਦੇ ਵੀ ਇਹ ਕਿੰਨਾ ਕੱਚਾ ਤੇ ਕਿੰਨਾ ਪੱਕਾ ਹੈ। ਹਾਲਾਂਕਿ ਅਸੀਂ ਯਤਨ ਕਰਦੇ ਹਾਂ, ਸਾਰੇ ਹੀ ਯਤਨ ਕਰਦੇ ਹਾਂ। ਕੋਈ ਕਿੰਨਾ ਕੋਈ ਸ਼ਰਧਾਵਾਨ ਹੈ, ਉਹਦੇ ਬਾਹਰੀ ਮਿਆਰ ਨੂੰ ਵੇਖ ਕੇ ਅਸੀਂ ਅੰਦਾਜ਼ੇ ਲਾ ਲੈਂਦੇ ਆ ਵੀ ਇਹ ਬੜਾ ਪੱਕਾ ਹੈ ਜੀ, ਇਹ ਪੱਕਾ ਸ਼ਰਧਾਲੂ ਆ, ਗੁਰੂ ਘਰ ਦਾ ਬੜਾ ਪ੍ਰੇਮੀ ਹੈ। ਪਰ ਉਹਦੇ ਅੰਦਰ ਕੀ ਆ ਇਹ ਸਤਿਗੁਰੂ ਜੀ ਜਾਣਦੇ ਨੇ। ਤੇ ਜਿਹਦੇ ਮਨ ਵਿੱਚ ਕੁਝ ਹੋ ਰਿਹਾ, ਮੁਖ ਵਿੱਚ ਕੁਝ ਹੋ ਰਿਹਾ, ਉਹਨੂੰ ਸਤਿਗੁਰੂ ਜੀ ਆਖਦੇ ਇਹ ਕੱਚਾ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚੇ ਕੱਚੇ ਆ।
ਫਿਰ ਸਤਿਗੁਰੂ ਸਾਹਿਬ ਮਹਾਰਾਜ ਰੱਬੀ ਬਾਣੀ ਵਿੱਚ ਬੋਲ ਆਖਦੇ ਆ, ਪਾਤਸ਼ਾਹ ਜੀ ਆਖਦੇ ਨੇ ਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹ ਲੱਗਾ ਰੱਬ ਸੇਤੇ ਦੇਖਣਾ ਵਿਚਾਰ। ਹੋ ਸਕਦਾ ਜਿਹਨੇ ਬਾਹਰੋਂ ਬਹੁਤਾ ਧਰਮੀ ਪਹਿਰਾਵਾ ਨਾ ਪਾਇਆ ਹੋਵੇ, ਉਹਨੇ ਅੰਦਰ ਆਪਣੇ ਰੇਸ਼ਮ ਸੰਭਾਲ ਕੇ ਰੱਖਿਆ ਹੋਵੇ, ਪਰਮਾਤਮਾ ਦਾ ਨਾਮ ਰੂਪੀ, ਉਹਦੇ ਅਦਬ ਰੂਪੀ, ਉਹਦੇ ਸਤਿਕਾਰ ਰੂਪੀ, ਉਹਦੀ ਰਜ਼ਾ ਨੂੰ ਮੰਨ ਲਿਆ ਹੋਵੇ, ਪ੍ਰਵਾਨ ਕਰ ਲਿਆ ਹੋਵੇ, ਬਾਹਰੀ ਦੇਖਣ ਨੂੰ ਵੇਖ ਕੇ ਨਹੀਂ ਜੇ ਪਤਾ ਲੱਗਦਾ। ਹੁਣ ਸਿੱਖ ਨੇ ਲਿਆ ਕੇ ਢਾਲ ਭੇਟਾ ਕੀਤੀ ਆ, ਤੇ ਗੁਰਸਿੱਖਾਂ ਨੇ ਵਾਰ-ਵਾਰ ਢਾਲ ਨੂੰ ਫੜ ਕੇ ਆਖਿਆ ਜੀ ਬੜੀ ਵਧੀਆ ਜੀ, ਬੜੀ ਪੱਕੀ ਆਏ, ਤੇ ਸਿੱਖ ਦਾ ਫਤੂਰ ਸਵਾਰ ਹੋ ਗਿਆ। ਉਹ ਤੇ ਭਾਵਨਾ ਵਾਲਾ ਸੀ, ਫਿਰ ਝੁਕ ਗਿਆ ਗੁਰੂ ਚਰਨਾਂ ਦੇ ਵਿੱਚ। ਸਮਝਾਉਣਾ ਤੇ ਸਾਡੇ ਵਰਗਿਆਂ ਨੂੰ ਆ, ਜਿਹੜੇ ਅੱਜ ਇਸ ਦਾਸਤਾਨ ਨੂੰ ਸਮਝਣ ਵਾਸਤੇ ਬੈਠੇ ਆ ਜਾਂ ਵਿਚਾਰ ਕਰਨੇ ਆਏ ਦੀ, ਇਹ ਸਾਡੇ ਵਾਸਤੇ ਆ, ਸਾਰਿਆਂ ਦੇ ਵਾਸਤੇ। ਉਹ ਕੇਵਲ ਵਕਤੀ ਨਹੀਂ ਸੀ, ਉਹ ਬੋਲ ਮੇਰੇ ਸਤਿਗੁਰੂ ਦੇ ਸਦੀਵੀ ਆ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਉਹ ਸਦੀਵ ਕਾਲ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਨਿਤਾ ਪ੍ਰਤੀ ਬੋਲ ਜਿਹੜੇ ਉਹਨਾਂ ਤੋਂ ਆਪਾਂ ਸਿੱਖਿਆ ਲੈ ਸਕਦੇ ਆ। ਹੁਣ ਜਦੋਂ ਸਾਰੀ ਸੰਗਤ ਦਾ ਧਿਆਨ ਉਧਰਲੇ ਪਾਸੇ ਹੋ ਗਿਆ, ਗੁਰਸਿੱਖ ਇੱਕ ਦੂਜੇ ਕੋਲੋਂ ਖੋ ਕੇ ਵੇਖਣ ਲੱਗ ਪਏ। ਕਵੀ ਜੀ ਆਖਦੇ, ਤੇ ਮੇਰੇ ਸਤਿਗੁਰੂ ਜੀ ਨੇ ਦ੍ਰਿਸ਼ਟੀ ਲਾ ਕੇ ਵੇਖਿਆ ਉਧਰਲੇ ਪਾਸੇ, ਜਿਨ੍ਹਾਂ ਹੱਥਾਂ ਵਿੱਚ ਢਾਲ ਸੀ, ਤੇ ਸਤਿਗੁਰੂ ਜੀ ਆਖਣ ਲੱਗੇ ਇਹਦੇ 'ਚ ਕੀ ਖਾਸ ਆ? ਕਹਿਓ ਸਮਾਨ ਹੈ ਅਵਰੇਖੀ, ਕਹਿ ਲੱਗੇ ਦੂਜੀਆਂ ਢਾਲਾਂ ਵਰਗੀ, ਇਹਦੇ ਵਿੱਚ ਕੀ ਖਾਸ ਹੈ? ਇਹਦੇ 'ਚ ਕੋਈ ਸ਼ੱਕ ਨਹੀਂ, ਉਸ ਗੁਰਸਿੱਖ ਨੇ ਉਚੇਚੀ ਮਾਇਆ ਖਰਚ ਕੇ ਗੈਂਡੇ ਦੀ ਢਾਲ ਮੜਵਾ ਕੇ ਉਹ ਢਾਲ ਤਿਆਰ ਕੀਤੀ ਆ। ਪਰ ਸਤਿਗੁਰੂ ਸਾਹਿਬ ਮਹਾਰਾਜ ਅੰਦਰ ਨੂੰ ਪਰਖਣਾ ਚਾਹੁੰਦੇ ਆ ਵੀ ਇਹ ਕਿੱਥੋਂ ਬੋਲਦਾ ਹੈ, ਕਿੱਥੋਂ ਜਵਾਬ ਦਿੰਦਾ ਸੰਗਤ ਦੇ ਵਿੱਚ, ਕਿੰਨੀ ਕੁ ਭਾਵਨਾ ਰੱਖਦਾ ਹੈ ਗੁਰੂ ਘਰ ਪ੍ਰਤੀ। ਸਤਿਗੁਰੂ ਸਾਹਿਬ ਮਹਾਰਾਜ ਕੇਵਲ ਉਹਨੂੰ ਟੋਣ ਵਾਸਤੇ ਸਤਿਗੁਰੂ ਜੀ ਕਹਿੰਦੇ ਢਾਲਾਂ ਵਰਗੀ ਢਾਲ ਹੈ, ਇਹਦੇ ਵਿੱਚ ਕੀ ਖਾਸ ਹੈ? ਜੋ ਸ਼ੁਭ ਹੈ ਤਿਸ ਲਗ ਕਰ ਗੋਰੀ, ਪਾਰ ਨ ਪਰੇ ਫੋਰ ਕਰ ਮੋਰੀ। ਸਤਿਗੁਰੂ ਜੀ ਕਹਿੰਦੇ ਢਾਲ ਤੇ ਉਹ ਹੁੰਦੀ ਆ ਜਿਹਦੇ ਵਿੱਚ ਕੋਈ ਲੱਖ ਯਤਨ ਕਰੇ ਤੇ ਵੱਜੀ ਹੋਈ ਗੋਲੀ ਵੀ ਅਗਾਂਹ ਨਾ ਲੰਘੇ ਉਹਦੇ ਚੋਂ। ਪਾਤਸ਼ਾਹ ਕਹਿੰਦੇ ਤੇ ਆਮ ਢਾਲਾਂ ਵਰਗੀ ਢਾਲ ਆ, ਢਾਲ ਤੇ ਉਹ ਹੁੰਦੀ ਆ ਜਿਹਦੇ 'ਚ ਕੋਈ ਲੱਖ ਗੋਲੀ ਮਾਰਨ ਦਾ ਯਤਨ ਕਰੇ ਤੇ ਗੋਲੀ ਵੀ ਵੱਜ ਕੇ ਪਾਰ ਨਾ ਹੋਵੇ। ਅਸਲ ਵਿੱਚ ਉਹ ਢਾਲ ਹੁੰਦੀ ਹੈ ਇਸ ਮੋਗਲ ਕਾ ਹੋਵੇ ਪਾਰ, ਕਹਾਂ ਸਰਾਹੇ ਸਿਪਰ ਉਦਾਰ। ਸਤਿਗੁਰੂ ਜੀ ਕਹਿੰਦੇ ਇਹਦੀ ਕੀ ਤਾਰੀਫ ਕਰ ਰਹੇ ਹੋ ਤੁਸੀਂ? ਇਹ ਕੋਈ ਢਾਲ ਥੋੜਾ ਹੈ, ਇਹਦੇ 'ਚ ਹੁਣ ਗੋਲੀ ਮਾਰ ਕੇ ਵੇਖ ਲਓ ਪਾਰ ਹੋ ਜਾਣੀ ਹੈ। ਸਤਿਗੁਰੂ ਕਹਿੰਦੇ ਢਾਲ ਤੇ ਉਹ ਆ ਜਿਹਦੇ 'ਚੋਂ ਗੋਲੀ ਵੀ ਨਾ ਲੰਘੇ। ਅਜੇ ਸਿੱਖ ਨਹੀਂ ਬੋਲਿਆ, ਅਜੇ ਕੇਵਲ ਦੂਜੇ ਸਿੱਖ ਕਹਿ ਰਹੇ ਨੇ ਜਿਨ੍ਹਾਂ ਨੇ ਉਹਨੂੰ ਵਾਰ-ਵਾਰ ਪਰਖ ਕਿਆ ਜਾਂ ਉਹਨੂੰ ਆਪਣੇ ਹੱਥਾਂ 'ਚ ਲਿਆ। ਇੱਕ ਪਾਸੇ ਵਡਿਆਈ ਹੋ ਗਈ ਤੇ ਇੱਕ ਪਾਸੇ ਸਤਿਗੁਰੂ ਜੀ ਨੇ ਕਹਿ ਦਿੱਤਾ ਵੀ ਇਹ ਢਾਲਾਂ ਵਰਗੀ ਢਾਲ ਹੈ, ਇਹਦੇ ਵਿੱਚ ਕੀ ਖਾਸ ਆ? ਅੰਦਰ ਨੂੰ ਬੜੀ ਠੇਸ ਲੱਗੀ ਵੀ ਇੰਨੀ ਸੰਗਤ ਵਿੱਚ ਸਿੱਖਾਂ ਨੇ ਸਲਾਈ ਮੇਰੀ ਢਾਲ, ਤੇ ਸਤਿਗੁਰੂ ਆਖਦੇ ਵੀ ਇਹ ਆਮ ਜਿਹੀ ਢਾਲ ਆ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਇਸ ਮੈਂ ਗੁਲਕਾ ਹੋਵੇ ਪਾਰ, ਕਹਿੰਦੇ ਇਹਦੇ ਚੋਂ ਗੋਲੀ ਲੰਘ ਜਾਣੀ ਹੈ, ਬੜੇ ਆਰਾਮ ਨਾਲ ਇਹਦੇ ਚੋਂ ਗੋਲੀ ਪਾਰ ਹੋ ਜਾਏਗੀ। ਕਹਾਂ ਸਰਾਹੇ ਸਿਪਰ ਉਦਾਰ, ਇਹਦੀ ਕਾਹਦੀ ਤਾਰੀਫ ਕਰ ਰਹੇ ਹੋਏ? ਤੇ ਆਮ ਢਾਲਾਂ ਵਰਗੀ ਢਾਲ ਹੈ। ਸੁਣ ਕੇ ਲਾਲ ਸਿੰਘ ਨਜਰੀ, ਗੁਰਬਤ ਬੋਲਤ ਬਚ ਤਿਸ ਧਰੇ। ਤੇ ਸਾਧ ਸੰਗਤ ਜੀ ਉਸ ਵੇਲੇ ਲਾਲ ਸਿੰਘ ਨੇ ਮੇਰੇ ਕਲਗੀਧਰ ਸਤਿਗੁਰਾਂ ਦੇ ਬੋਲ ਸੁਣੇ ਵੀ ਆਮ ਹੀ ਢਾਲ ਕਹਿ ਦਿੱਤਾ ਮੇਰੀ ਢਾਲ ਨੂੰ। ਪਰਸੋਂ ਦੀ ਕਥਾ ਵਿੱਚ ਵੀ ਇਹ ਬੋਲ ਆਪਾਂ ਸਾਂਝਾ ਕੀਤਾ ਸੀ। ਜਦੋਂ ਸਿੱਖ ਜਾਂ ਕੋਈ ਵੀ ਜਗਿਆਸੂ ਗੁਰੂ ਕੋਲ ਆ ਕੇ ਗੁਰੂ ਨੂੰ ਸਮਝਾਉਣ ਦਾ ਯਤਨ ਕਰਨ ਲੱਗ ਪਵੇ, ਇਹਦਾ ਭਾਵ ਆ ਉਹ ਗੁਰੂ ਨੂੰ ਗੁਰੂ ਨਹੀਂ ਸਮਝ ਰਿਹਾ। ਜਿਹੜਾ ਗੁਰੂ ਕੋਲ ਆ ਕੇ ਗੁਰੂ ਤੇ ਕਿੰਤੂ ਕਰ ਰਿਹਾ ਹੈ ਜਾਂ ਗੁਰੂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰ ਰਿਹਾ ਹੈ ਜਾਂ ਆਪਣੀ ਮੱਤ ਨੂੰ ਗੁਰੂ ਨਾਲੋਂ ਉੱਚਿਆਂ ਦੱਸ ਰਿਹਾ ਹੈ, ਇਹਦਾ ਭਾਵ ਇਹ ਆ ਉਹ ਗੁਰੂ ਨੂੰ ਗੁਰੂ ਹੀ ਨਹੀਂ ਸਮਝ ਰਿਹਾ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੋਲ ਸੁਣੇ ਤੇ ਅੰਦਰ ਨੂੰ ਬੜੀ ਸੱਟ ਲੱਗੀ, ਬੜੀ ਠੇਸ ਪਹੁੰਚੀ। ਪਾਤਸ਼ਾਹ ਨੇ ਕੀ ਕਹਿ ਦਿੱਤਾ ਵੀ ਇਹ ਢਾਲ ਆਮ ਢਾਲਾਂ ਵਰਗੀ ਹੈ। ਮੈਂ ਇੰਨੀ ਮਸ਼ੱਕਤ ਕਰਕੇ ਲੈ ਕੇ ਆਇਆ, ਇੰਨੀ ਮਿਹਨਤ ਕੀਤੀ ਇਸ ਢਾਲ ਦੇ ਉੱਤੇ, ਤੇ ਕਲਗੀਧਰ ਸਤਿਗੁਰਾਂ ਨੇ ਕਹਿ ਦਿੱਤਾ ਵੀ ਇਹਦੇ ਚੋਂ ਗੋਲੀ ਪਾਰ ਹੋ ਜਾਵੇਗੀ। ਸਤਿਗੁਰੂ ਜੀ ਦੇ ਬੋਲ ਸੁਣਦਿਆਂ ਹੋਇਆ ਗਰਭਤ ਬੋਲਿਓ ਬਚ ਤਿਸ ਘਰੀ। ਹੰਕਾਰ ਵਿੱਚ ਭਰ ਗਿਆ ਅੰਦਰ ਵੀ ਮੇਰੀ ਢਾਲ ਨੂੰ ਨੀਵਾਂ ਵਿਖਾਇਆ ਮੇਰੇ ਸਤਿਗੁਰੂ ਨੇ। ਸਿੱਖ ਸਲਾਹ ਰਿਹਾ ਤੇ ਸਤਿਗੁਰੂ ਜੀ ਨੀਵਾਂ ਵਿਖਾਉਣ ਦਾ ਯਤਨ ਕਰ ਰਿਹਾ। ਪਾਤਸ਼ਾਹ ਤੇ ਅੰਦਰ ਨੂੰ ਪਰਖ ਰਹੇ ਸੀ।
ਸਤਿਗੁਰੂ ਦੇ ਅੰਦਰ ਵਾਲੀ ਭਾਵਨਾ ਨੂੰ ਵੇਖਣਾ ਚਾਹੁੰਦੇ ਸੀ ਵੀ ਗੁਰੂ ਘਰ ਪ੍ਰਤੀ ਕਿੰਨੀ ਕੁ ਇਹਦੇ ਅੰਦਰ ਭਾਵਨਾ। ਉੱਥੇ ਹੰਕਾਰ ਵਿੱਚ ਭਰਿਆ ਹੋਇਆ ਭਾਈ ਲਾਲ ਸਿੰਘ ਨੇ ਇਹ ਬੋਲ ਆਖੇ ਹਨ। ਮੋਰ ਸਿਪਰ ਕਉ ਚੈਮ ਕਠਨ ਗੋਰੀ ਕਹਾਂ ਸਕੇ ਤਿਸ ਭੰਨ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਵੇਲੇ ਸੰਗਤ ਜੀ ਭਾਈ ਲਾਲ ਸਿੰਘ ਆਖਣ ਲੱਗਾ, ਕਹਿੰਦੇ ਇਹ ਮੇਰੀ ਢਾਲ, ਇਹ ਬੜੇ ਸਖਤ ਚਮੜੇ ਦੀ ਬਣੀ ਹੋਈ ਆ, ਇਹਦੇ ਵਿੱਚੋਂ ਗੋਲੀ ਕਦੀ ਵੀ ਪਾਰ ਨਹੀਂ ਹੋ ਸਕਦੀ ਹੈ। ਲਗੇ ਤੜਕ ਕੇ ਗਰੇ ਸੁਪਾਸ਼ੇ ਜਾਤੇ ਬਹੁਤਨ ਤੇ ਲਈ ਆਸ਼ੈ। ਗੋਲੀ ਇਸ ਢਾਲ ਨੂੰ ਭੰਨ ਨਹੀਂ ਸਕਦੀ, ਗੋਲੀ ਉਹਨੂੰ ਪਾਰ ਨਹੀਂ ਕਰ ਸਕਦੀ। ਜਦੋਂ ਇਹਨੂੰ ਗੋਲੀ ਵੱਜੇਗੀ ਤੇ ਵੱਜਦਿਆਂ ਸਾਰ ਗੋਲੀ ਥੱਲੇ ਡਿੱਗ ਪਵੇਗੀ, ਪਿਛਾਂ ਹਟ ਜਾਏਗੀ। ਢਾਲ ਗੋਲੀ ਦੇ ਨਾਲ ਪਾਟ ਨਹੀਂ ਸਕਦੀ, ਇਹਦੇ ਵਿੱਚ ਛੇਕ ਮੋਰੀ ਨਹੀਂ ਕਰ ਸਕਦੀ। ਗੋਲੀ ਇਹਨੂੰ ਵੱਜੇਗੀ ਤੇ ਉੱਥੇ ਡਿੱਗ ਪਵੇਗੀ। ਮੈਂ ਬੜਾ ਧਨ ਲਾਇਆ, ਮੈਂ ਆ ਗਈ ਨਾ ਜੀ ਉੱਥੇ, ਆਪਣਤ ਆ ਗਈ ਉੱਥੇ, ਜਿੱਥੇ ਮੈਂ ਮੇਰੀ ਆ ਗਈ ਉੱਥੇ ਹੰਗਤਾ ਪੈਦਾ ਹੋ ਗਈ। ਜਿੱਥੇ ਤੂੰ ਤੇ ਤੇਰਾ ਆ ਗਿਆ, ਤੂੰ ਤੇ ਤੇਰੀ ਬੋਲ ਆ ਗਏ, ਉੱਥੇ ਸਮਰਪਣ ਭਾਵਨਾ ਆ ਜਾਂਦੀ ਆ। ਫਿਰ ਉੱਥੇ ਸਮਰਪਣ ਭਾਵਨਾ ਆ ਜਾਂਦੀ। ਪਰ ਇੱਥੇ ਮੈਂ ਆ ਗਈ, ਆਖਿਆ ਮੈਂ ਬੜਾ ਧਨ ਲਾਇਆ ਇਹਦੇ ਤੇ, ਇੰਨੇ ਪੈਸੇ ਲਾਏ, ਇੰਨੇ ਪੈਸੇ ਲਾ ਕੇ ਵੀ ਜੇ ਗੋਲੀ ਪਾਰ ਹੋ ਗਈ ਤੇ ਢਾਲ ਬਣਾਉਣ ਦਾ ਕੀ ਫਾਇਦਾ ਹੋਇਆ ਭਲਾ। ਸੰਗਤ ਵਿੱਚ ਹੰਕਾਰ ਵਿੱਚ ਮੱਤਿਆਂ ਭਾਈ ਲਾਲ ਸਿੰਘ ਨੇ ਇਵੇਂ ਬੋਲ ਆਖੇ ਹਨ। ਸੁਣ ਕਲਗੀਧਰ ਕੁਨ ਸਮਝ ਆਏ, ਇਹ ਗੋਰੀ ਹੈ ਬੁਰੀ ਬੁਲਾਏ। ਕਲਗੀਧਰ ਸਤਿਗੁਰੂ ਜੀ ਜਿੱਥੋਂ ਉਹਨੂੰ ਬੁਲਾਉਣਾ ਚਾਹੁੰਦੇ ਸੀ ਸੰਗਤ ਦੇ ਵਿੱਚ, ਉੱਥੋਂ ਬੋਲ ਪਿਆ ਜੀ ਉਹ। ਤੇ ਕਲਗੀਧਰ ਸਤਿਗੁਰਾਂ ਨੇ ਫਿਰ ਅਗਲਾ ਬੋਲ ਕਹਿ ਦਿੱਤਾ ਆਪਣੀ ਜ਼ੁਬਾਨ ਤੋਂ। ਪਾਤਸ਼ਾਹ ਕਹਿੰਦੇ ਗੋਲੀ ਬੜੀ ਕਮਾਲ ਦੀ ਸ਼ੈ ਆ, ਗੋਲੀ ਚਲਾਉਣ ਦੀ ਜਾਚ ਹੋਵੇ ਸਹੀ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਆਖਦੇ ਆ, ਕਹਿੰਦੇ ਇਹ ਗੋਰੀ ਹੈ ਬੁਰੀ ਬੁਲਾਏ, ਬੁਰੀ ਬੁਲਾਵਾ। ਪਾਤਸ਼ਾਹ ਕਹਿੰਦੇ ਗੋਲੀ ਚਲਾਉਣ ਦੀ ਜਾਚ ਹੋਵੇ ਸਹੀ। ਗੋਲੀ ਵਿੰਨ ਦੇਗੀ, ਇਹਨੂੰ ਪਾਰ ਹੋ ਜਾਵੇਗੀ, ਛੇਕ ਕਰ ਦੇਵੇਗੀ ਤੇਰੀ ਢਾਲ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਇਵੇਂ ਆਖ ਰਹੇ ਹਨ। ਆਹ ਨਿਵਾਰਨ ਕਰ ਹੈ ਕੌਣ, ਜਹਾਂ ਲਗਤ ਫੋਰਤ ਬਲ ਕੌਣ। ਸਤਿਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿ ਲਗੇ ਗੋਲੀ ਚਲਾਉਣ ਵਾਲਾ ਹੋਵੇ ਤੇ ਜਿੱਥੇ ਗੋਲੀ ਲੱਗ ਜਾਏ ਤੇ ਇਹਨੂੰ ਪਾੜ ਕੇ ਫੋੜ ਕੇ ਪਾਰ ਹੋ ਜਾਵੇਗੀ। ਇਸ ਆਗੇ ਨਾ ਕਿਸ ਕੀ ਅਟਕ ਲਾਗੀ, ਚਾਹੇ ਨ ਪੁੰਨ ਕਿਵ ਹਟਕ। ਸਤਿਗੁਰੂ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਆਖਣ ਲੱਗੇ, ਕਹਿੰਦੇ ਜਿੱਥੇ ਗੋਲੀ ਲੱਗਦੀ ਆ ਉਹ ਥਾਂ ਸੋਈਓ ਥਾਂ ਉਹਨੂੰ ਪਾੜ ਕੇ ਵਿੰਨ ਕੇ ਪਾਰ ਹੋ ਜਾਂਦੀ ਆ। ਸਤਿਗੁਰੂ ਸਾਹਿਬ ਮਹਾਰਾਜ ਦੇ ਆਖਦੇ ਕਹਿੰਦੇ ਕੋਈ ਗੋਲੀ ਚਲਾਉਣ ਵਾਲਾ ਚਾਹੀਦਾ, ਗੋਲੀ ਲੱਗ ਜਾਵੇ ਸਹੀ ਠੀਕ ਨਿਸ਼ਾਨੇ ਦੇ ਉੱਤੇ। ਜੇ ਠੀਕ ਨਿਸ਼ਾਨੇ ਤੇ ਲੱਗ ਜਾਏ ਤੇ ਉਸ ਢਾਲ ਨੂੰ ਪਾੜ ਕੇ ਪਾਰ ਹੋ ਜਾਵੇਗੀ। ਲਾਲ ਸਿੰਘ ਬਹੁਤਨ ਮੈਂ ਚਪ ਕਰ ਕਹਿਤ ਪਇਓ, ਪੁਨ ਚਿਤ ਮੈਂ ਹਟ ਤਰ। ਸਾਧ ਸੰਗਤ ਦੀ ਭਾਈ ਲਾਲ ਸਿੰਘ ਖਿੱਚ ਕੇ ਬੋਲ ਪਿਆ ਸਤਿਗੁਰੂ ਦੇ ਅੱਗੇ, ਮੈਂ ਇੰਨੇ ਪੈਸੇ ਖਰਚ ਕੇ ਲਿਆਇਆ। ਸਿੱਖ ਕਹਿ ਰਹੇ ਆ ਵੀ ਢਾਲ ਬੜੀ ਪੱਕੀ ਆ, ਤੇ ਸਤਿਗੁਰੂ ਜੀ ਕਹਿੰਦੇ ਆਮ ਢਾਲਾਂ ਵਰਗੀ ਢਾਲ ਆ, ਇਹਦੇ ਚੋਂ ਗੋਲੀ ਪਾਰ ਹੋ ਜਾਣੀ। ਖਿੱਚ ਗਿਆ। ਕਈ ਵਾਰੀ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਰਖ ਕਰਨ ਲੱਗ ਪੈਂਦੇ ਨੇ। ਪਹਿਲੀ ਗੱਲ ਤੇ ਅਰਦਾਸ ਕਰਿਆ ਕਰੀਏ ਪਾਤਸ਼ਾਹ ਦੀ, ਅਸੀਂ ਨਹੀਂ ਜੇ ਪਰਖ ਦੇ ਲਾਇਕ ਹੈਗੇ, ਇਹਦੇ ਆਪੋ ਆਪਣੇ ਨਿੱਜ ਸਵਾਰਥਾਂ ਕਰਕੇ ਜੁੜੇ ਹੋਏ ਆ। ਪਾਤਸ਼ਾਹ ਕੋਈ ਬਿਰਲਾ ਟਾਵਾਂ ਭਾਗਾਂ ਵਾਲਾ ਆ ਜਿਹੜਾ ਪ੍ਰੇਮ ਦੀ ਭਾਵਨਾ ਦੀ ਸਿੱਖੀ ਪਾਲਦਾ। ਬਹੁਤੇ ਤੇ ਆਪਾਂ ਸਾਖੀ ਸਰਵਣ ਕੀਤੀ ਸੀ, ਧੰਦੇ ਵਾਲੇ ਆ, ਦੇਖਾ ਦੇਖੀ ਵਾਲੇ ਤੁਰੇ ਫਿਰ ਰਹੇ ਆ। ਅਰਦਾਸ ਕਰਿਆ ਕਰੀਏ ਪਾਤਸ਼ਾਹ ਜੀ, ਪਹਿਲੀ ਗੱਲ ਵੀ ਆਪ ਹੀ ਕਿਰਪਾ ਕਰਿਆ ਕਰੋ। ਜੇ ਕੋਈ ਪਰਖ ਪਾਉਂਦੇ ਜੇ ਤੇ ਉਸ ਪਰਖ ਦੇ ਵਿੱਚੋਂ ਹੀ ਆਪ ਹੀ ਬਾਹ ਫੜ ਕੇ ਕੱਢ ਲਿਆ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕਿਰਪਾ ਕਰਿਆ ਕਰੋ ਪਾਤਸ਼ਾਹ ਜੀ, ਅਸੀਂ ਨਹੀਂ ਇਸ ਲਾਇਕ ਹੈਗੇ, ਤੇ ਕਿਰਪਾ ਕਰੋ ਇਸ ਲਾਇਕ ਬਣ ਜਾਈਏ ਤੇ ਫਿਰ ਤੁਸੀਂ ਸਾਡੇ ਤੇ ਪਰਖ ਪਾਓ ਤੇ ਅਸੀਂ ਤੇਰੀ ਕਿਰਪਾ ਨਾਲ ਹੀ ਉਸ ਪਰਖ ਚੋਂ ਨਿਕਲ ਸਕਦੇ ਆ। ਆਪਣੀ ਮੱਤ ਨਾਲ, ਆਪਣੀ ਸਿਆਣਪ, ਆਪਣੀ ਚਤੁਰਾਈ ਨਾਲ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਚਤੁਰਾਈਆਂ ਸਿਆਣਪਾਂ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਇੱਥੇ ਪ੍ਰੇਮ ਦੀ ਖੇਡ ਖੇਡਣ ਵਾਲਾ, ਭਾਵਨਾ ਦੀ ਖੇਡ ਖੇਡਣ ਵਾਲਾ ਉਹੀ ਪਾਰ ਹੁੰਦਾ ਹੈ। ਖਿੱਚ ਕੇ ਬੋਲ ਪਿਆ ਭਾਈ ਲਾਲ ਸਿੰਘ, ਕਹਿੰਦਾ ਇਦਾਂ ਕਿੱਦਾਂ ਹੋ ਸਕਦਾ ਹੈ ਜੀ, ਜਿਹਦੇ ਕੋਲੋਂ ਮੈਂ ਬਣਵਾ ਕੇ ਲੈ ਕੇ ਆਇਆ ਉਹਨੇ ਪੱਕੀ ਸ਼ੋਰਟੀ ਦਿੱਤੀ ਆ, ਗਾਰੰਟੀ ਦਿੱਤੀ ਇਸ ਗੱਲ ਦੀ ਵੀ ਇਹਦੇ ਚੋਂ ਗੋਲੀ ਨਹੀਂ ਲੰਘ ਸਕਦੀ। ਪਾਤਸ਼ਾਹ ਤੁਸੀਂ ਕਿਵੇਂ ਕਹਿ ਰਹੇ ਹੋ ਉਹਦੇ ਚੋਂ ਗੋਲੀ ਲੰਘ ਜਾਵੇਗੇ। ਜਵਾਲਾ ਬਮਣੀ ਕਿਉ ਨ ਮਗਾਵੋ, ਪਰਖ ਲਿਓ ਅਬ ਕਹਿ ਚਲਵਾਓ। ਤੇ ਜਦੋਂ ਬੰਦਾ
ਬਹੁਤੇ ਬੰਦਿਆਂ ਵਿੱਚ ਗੱਲ ਕਰ ਰਿਹਾ ਹੋਵੇ ਨਾ ਤੇ ਹਰ ਬੰਦੇ ਦੀ ਇਹ ਕੋਸ਼ਿਸ਼ ਹੁੰਦੀ ਆ, ਤੁਸੀਂ ਤਜਰਬਾ ਕਰਕੇ ਵੇਖ ਲਿਓ, ਬੰਦੇ ਗੱਲ ਭੁੰਜੇ ਨਹੀਂ ਡਿੱਗਣ ਦਿੰਦੇ। ਉੱਥੇ ਹਰ ਗੱਲ ਦਾ ਤੋੜ ਬੰਦਾ ਲੱਭਣ ਦਾ ਯਤਨ ਕਰਦਾ ਵੀ ਮੈਂ ਨੀਵਾਂ ਨਹੀਂ ਹੋਣਾ, ਬੇਸ਼ੱਕ ਗਲਤ ਵੀ ਹੋਵੇ ਤਾਂ ਵੀ ਉਹ ਇੱਧਰੋਂ ਉੱਧਰੋਂ ਗੱਲ ਫੜ ਕੇ ਯਤਨ ਕਰਦਾ ਹੈ ਵੀ ਮੈਂ ਆਪਣੇ ਆਪ ਨੂੰ ਸੁਰਖਰੂ ਕਰ ਲਾਂ ਇਹਦੇ ਚੋਂ, ਮੈਂ ਕਿਸੇ ਵੀ ਤਰੀਕੇ ਨਾਲ ਗੱਲਾਂ ਦੇ ਦਬਾਅ ਹੇਠਾਂ ਨਾ ਆ ਜਾਵਾਂ, ਮੈਂ ਆਪਣੇ ਆਪ ਨੂੰ ਠੀਕ ਸਾਬਤ ਕਰਦੇ ਆ। ਗਲਤ ਹੋਣ ਦੇ ਬਾਵਜੂਦ ਵੀ ਐਦਾਂ ਦੀਆਂ ਦਲੀਲਾਂ ਪੀਲਾਂ ਘੜ ਕੇ ਬੰਦਾ ਜਵਾਬ ਤਿਆਰ ਕਰਦਾ ਵੀ ਮੈਂ ਜਵਾਬ ਦੇਣਾ ਹੈ ਇਸ ਗੱਲ ਦਾ। ਆਪਣੀ ਕਮੀ ਨੂੰ ਜਾਂ ਆਪਣੀ ਗਲਤੀ ਨੂੰ ਅਸੀਂ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ ਹਾਂ। ਭਾਈ ਲਾਲ ਸਿੰਘ ਨੇ ਕਿਉਂਕਿ ਕਹਿ ਬੈਠਾ ਸੀ, ਇਹਨੇ ਜਾਣਿਆ ਵਿੱਚ ਸੰਗਤ ਵਿੱਚ ਕਹਿ ਬੈਠਾ ਇੱਕ ਵਾਰੀ ਵੀ ਨਹੀਂ ਜੀ ਇਹਦੇ ਚੋਂ ਨਹੀਂ ਗੋਲੀ ਪਾਰ ਹੋ ਸਕਦੀ, ਮੈਂ ਬੜਾ ਪੈਸੇ ਲਵਾ ਕੇ ਫਿਰ ਬਣਵਾ ਕੇ ਲੈ ਕੇ ਆਇਆ ਜੀ, ਇਦਾਂ ਕਿੱਦਾਂ ਗੋਲੀ ਲੰਘ ਜਾਏਗੀ। ਫਿਰ ਸਤਿਗੁਰੂ ਆਖਿਆ ਨਹੀਂ ਲੰਘ ਜਾਣੀ ਇਹਦੇ ਚੋਂ। ਕਹਿੰਦਾ ਪਾਤਸ਼ਾਹ ਹੁਣੇ ਬੰਦੂਕ ਮੰਗਾ ਕੇ ਤੁਸੀਂ ਵੇਖ ਲਓ, ਜਵਾਲਾ ਬੰਬਣੀ ਬੰਦੂਕ ਮੰਗਾਓ, ਆਪਾਂ ਹੁਣੇ ਪਰਖ ਕਰਕੇ ਵੇਖ ਲੈਨੇ ਆ। ਜੇ ਤੁਹਾਨੂੰ ਨਹੀਂ ਯਕੀਨ, ਮੈਂ ਬਹੁਤ ਪੈਸਾ ਇਹਦੇ ਤੇ ਲਾਇਆ, ਬਹੁਤ ਧਨ ਖਰਚ ਕੇ ਲੈ ਕੇ ਆਇਆ ਵਾਂ, ਇਹਦੇ ਵਿੱਚੋਂ ਗੋਲੀ ਨਹੀਂ ਪਾਰ ਹੋ ਸਕਦੀ। ਜੇ ਤੁਸੀਂ ਚਾਹੋ ਤੇ ਹੁਣੇ ਪਰਖ ਕਰਨ ਵਾਸਤੇ ਬੰਦੂਕ ਮੰਗਵਾ ਸਕਦੇ ਹੋ। ਮੋਰ ਸਪੇਰ ਕੋ ਪਿਦੇ ਨ ਗੋਰੀ ਲੱਗੇ ਗਿਰੇ ਨ ਕਰ ਹੈ ਮੋਰੇ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੀ ਮੇਰੀ ਢਾਲ ਵਿੱਚ ਜਿਹੜੀ ਮੈਂ ਢਾਲ ਲੈ ਕੇ ਆਇਆ ਨਾ ਇਹਦੇ ਚੋਂ ਨਹੀਂ ਜੇ ਗੋਲੀ ਪਾਰ ਹੋ ਸਕਦੀ। ਤੁਸੀਂ ਚਾਹੋ ਤੇ ਬੰਦੂਕ ਚਲਾ ਕੇ ਵੇਖ ਸਕਦੇ ਹੋ, ਗੋਲੀ ਲੱਗੇਗੀ, ਲੱਗ ਕੇ ਗੋਲੀ ਥੱਲੇ ਡਿੱਗ ਪਵੇਗੀ, ਇਹਦੇ ਚੋਂ ਪਾਰ ਨਹੀਂ ਹੋ ਸਕਦੀ। ਇਸ ਗੱਲ ਦਾ ਮੈਂ ਤੁਹਾਨੂੰ ਭਰੋਸਾ ਦਿਵਾਉਣਾ, ਮੇਰਾ ਯਕੀਨ ਆ, ਮੈਂ ਬਣਵਾ ਕੇ ਲੈ ਕੇ ਆਇਆ, ਮੈਨੂੰ ਪਤਾ ਹੈ। ਕਿਹਨੂੰ ਕਹਿ ਰਿਹਾ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ। ਅਰੇ ਸਮਝ ਨਹੀਂ ਨਾ ਅਜੇ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਅਜੇ ਹੰਕਾਰ ਦਾ ਹੀ ਰੂਪ ਹੋ ਗਿਆ ਵਾ ਹੁਣ, ਵੀ ਜੋ ਕਹਿ ਰਿਹਾ ਬਸ ਮੈਂ ਜੋ ਕਹਿ ਦਿੱਤਾ ਉਹ ਸੱਚ ਆ, ਜੋ ਮੈਂ ਕਹਿ ਰਿਹਾ ਉਹ ਠੀਕ ਆ, ਝੁਕਣਾ ਨਹੀਂ ਆ ਰਿਹਾ। ਇਹ ਸਾਡੇ ਸਾਰਿਆਂ ਵਾਸਤੇ ਆ, ਇਕੱਲਾ ਉਹ ਭਾਈ ਲਾਲ ਸਿੰਘ ਤੱਕ ਸੀਮਤ ਨਹੀਂ ਆ, ਇਹ ਸਾਡੇ ਸਾਰਿਆਂ ਵਾਸਤੇ ਆ। ਕਈ ਵਾਰ ਅਸੀਂ ਇਵੇਂ ਦੇ ਬਲੇਵੇਂ ਵਿੱਚ ਆਪਣੇ ਆਪ ਨੂੰ ਵੜ ਲੈਨੇ ਆ, ਉਹਦੇ ਚੋਂ ਫਿਰ ਲੱਭਣ ਦਾ ਸਾਨੂੰ ਰਾਹ ਨਹੀਂ ਲੱਭਦਾ, ਤੇ ਫਿਰ ਗਲਤੀ ਤੇ ਗਲਤੀ, ਗਲਤੀ ਤੇ ਗਲਤੀ ਅੱਗੇ ਹੋਈ ਜਾਂਦੀ ਸਾਡੇ ਕੋਲੋਂ, ਕਿਉਂਕਿ ਆਪਣੀ ਮੱਤ ਲੈ ਲਈ ਨਾ ਉੱਥੇ। ਤੇ ਪਾਤਸ਼ਾਹ ਆਖਦੇ ਆ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜਾ ਭਾਈ ਪਿਆਰ। ਆਪਣੇ ਆਪ ਨੂੰ ਅੱਗੇ ਰੱਖ ਲਿਆ ਜੀ, ਮੈਂ ਕਰ ਸਕਦਾ ਜੀ, ਮੈਨੂੰ ਪਤਾ ਹੈ ਜੀ, ਮੈਂ ਸਿਆਣਾ ਜੀ। ਤੇ ਉੱਥੇ ਫਿਰ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਮਹਾਰਾਜ ਨੂੰ ਕਹਿੰਦਾ ਮੇਰੀ ਇਸ ਢਾਲ ਚੋਂ ਨਹੀਂ ਜੇ ਗੋਲੀ ਲੰਘ ਸਕਦੀ, ਗੋਲੀ ਲੱਗੇਗੀ, ਇਹਨੂੰ ਲੱਗ ਕੇ ਥੱਲੇ ਡਿੱਗ ਪੈਗੀ, ਇਹਨੂੰ ਪਾਰ ਨਹੀਂ ਕਰ ਸਕਦੀ, ਇਹ ਮੇਰਾ ਵਿਸ਼ਵਾਸ ਹੈ। ਲਖਿਓ ਗੁਰੂ ਸਿੱਖ ਨਹੀਂ ਹਟ ਤਾਰਾ, ਸੋਦਰ ਸਮਾ ਪਾ ਕੇ ਕਹਿ ਟਾਰਾ। ਸਾਰੀ ਸੰਗਤ ਇੱਕ ਵਾਰੀ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਫਿਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਵਾਰਨੇ ਜਾਈਏ ਪਾਤਸ਼ਾਹ ਤੇਰੇ ਤੋਂ। ਮੇਰੇ ਸਤਿਗੁਰੂ ਨੇ ਜਾਣਿਆ ਵੀ ਸਿੱਖਾਂ ਦੇ ਕਹੇ ਹੋਏ ਬੋਲਾਂ ਨੂੰ ਸੁਣ ਕੇ ਪ੍ਰਭਾਵਿਤ ਹੋ ਕੇ ਹੱਠ ਧਾਰਨ ਕਰ ਬੈਠਾ। ਸਤਿਗੁਰੂ ਚਾਹੁੰਦੇ ਉਸੇ ਵੇਲੇ ਬੰਦੂਕ ਮੰਗਵਾ ਸਕਦੇ। ਸਤਿਗੁਰੂ ਨੇ ਆਪਣੇ ਸਿੱਖ ਦਾ ਪਰਦਾ ਢੱਕਣ ਦੇ ਵਾਸਤੇ ਪਾਤਸ਼ਾਹ ਜੀ ਨੇ ਜਾਣਿਆ ਕਿ ਸਿੱਖ ਨੇ ਹੱਠ ਧਾਰਨ ਕਰ ਲਿਆ। ਹੱਠ ਬੜਾ ਮਾੜਾ ਇਹ ਵਾਲਾ, ਹੰਕਾਰ ਵਾਲਾ ਹੱਠ ਬਹੁਤ ਮਾੜਾ ਸਤ ਸੰਗਤ ਜੀ। ਜਿੱਥੇ ਅਪਨਾਤਾ ਆ ਗਈ, ਮੈਂ ਮੇਰੀ ਆ ਗਈ, ਹੰਗਤਾ ਆ ਗਈ, ਹਉਮੈ ਆ ਗਈ, ਉਹ ਹੱਠ ਨੁਕਸਾਨ ਕਰ ਦਿੰਦਾ ਹੈ ਸਤ ਸੰਗਤ। ਆਖਿਆ ਮੇਰੇ ਸਿੱਖ ਨੇ ਹੱਠ ਧਾਰਨ ਕਰ ਲਿਆ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਪਾਤਸ਼ਾਹ ਕਹਿੰਦੇ ਨਹੀਂ, ਸੋਦਰ ਦਾ ਸਮਾਂ ਹੋ ਗਿਆ ਹੈ, ਸੋਦਰ ਦੀ ਚੌਂਕੀ ਕੀਰਤਨ ਹੋਣਾ ਆ, ਰਹਿਰਾਸ ਸਾਹਿਬ ਦਾ ਪਾਠ ਹੋਵੇਗਾ, ਕੋਈ ਗੱਲ ਨਹੀਂ ਲਾਲ ਸਿੰਘਾ, ਆਪਾਂ ਕੱਲ ਸਵੇਰੇ ਇਹਦੀ ਪਰਖ ਕਰਾਂਗੇ। ਕਲਗੀਧਰ ਸਤਿਗੁਰੂ ਜੀ ਨੇ ਆਪਣੇ ਸਿੱਖ ਦਾ ਪਰਦਾ ਢੱਕਣ ਵਾਸਤੇ ਆਪਣਾ ਜਾਣ ਕੇ, ਤਾਂ ਹੀ ਸਤਿਗੁਰੂ ਜੀ ਆਖਦੇ ਨਾ ਵੀ ਅਰਦਾਸ ਕਰਿਆ ਕਰੋ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਤੇ ਭਾਈ ਗੁਰਦਾਸ ਨੇ ਕਮਾਲ ਕਰ ਦਿੱਤੀ ਇਹਨਾਂ ਬੋਲਾਂ ਦੇ ਸੰਬੰਧੀ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਦ ਕਰ ਆਸਰੋ ਸਮਾਰ ਹੋ। ਕਹਿ ਲੱਗੇ ਆਪਣੀ ਕਰਨੀ ਕਰਕੇ ਜਾਂ ਆਪਣੀ ਮੱਤ ਕਰਕੇ ਤੇ ਪਾਤਸ਼ਾਹ ਮੈਨੂੰ ਨਰਕਾਂ ਵਿੱਚ ਵੀ ਥਾਂ ਨਾ ਮਿਲੇ,
ਜੈਸੇ ਮੇਰੇ ਕਰਮ ਨੇ। ਜੇ ਤੂੰ ਮੇਰੇ ਪਾਪ ਤੇ ਪੁੰਨ ਵਿਚਾਰਨ ਲੱਗ ਪਿਆ ਤੇ ਮੈਨੂੰ ਨਹੀਂ ਥਾਂ ਮਿਲਣੀ, ਪਰ ਮੈਨੂੰ ਤੇਰੇ ਚਰਨਾਂ ਤੇ ਭਰੋਸਾ ਵੀ ਮੈਂ ਤੇਰਾ ਆ ਤੇ ਤੂੰ ਆਪਣੇ ਦੀ ਲਾਜ ਰੱਖਦਾ ਹੈ ਹਮੇਸ਼ਾ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੋਦਰ ਦਾ ਸਮਾਂ ਜਾਣ ਕੇ ਤੇ ਉਸ ਵੇਲੇ ਗੱਲ ਟਾਲ ਦਿੱਤੀ ਹੈ। ਰਾਤ ਹੋਤ ਹਮ ਪਰਖਣ ਕਰੇ ਤੁਪ ਕਾਤੇ ਹੇਰੇ ਕਿਮ ਅਰੈ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਸਮਾਂ ਦੇ ਦਿੱਤਾ। ਪਤਾ ਹੈ ਵੀ ਹੰਕਾਰ ਦਾ ਰੂਪ ਬਣਿਆ ਬੈਠਾ ਭਾਈ ਲਾਲ ਸਿੰਘ, ਹੰਕਾਰ ਵਿੱਚ ਮੱਤਿਆ ਪਿਆ, ਅਜੇ ਨਹੀਂ ਸਮਝ ਲੱਗਣੀ। ਗਿਆਨ ਨੂੰ ਹਾਸਲ ਕਰਨ ਦਾ ਵੀ ਇੱਕ ਸਮਾਂ ਹੁੰਦਾ ਹੈ। ਨਾ ਬੰਦਾ ਬਹੁਤਾ ਦੁੱਖ ਦੇ ਵਿੱਚ ਗਿਆਨ ਹਾਸਲ ਕਰ ਸਕਦਾ ਹੈ, ਨਾ ਬਹੁਤੇ ਸੁੱਖ ਵਿੱਚ ਗਿਆਨ ਹਾਸਲ ਕਰ ਸਕਦਾ ਹੈ। ਘਰ ਵਿੱਚ ਵਿਆਹ ਦਾ ਸਮਾਂ ਹੋਵੇ, ਅਖੰਡ ਪਾਠ ਸਾਹਿਬ ਰੱਖਿਆ ਹੁੰਦਾ, ਕਿੰਨੇ ਜੀ ਬਹਿ ਕੇ ਸੁਣਦੇ ਨੇ। ਖੁਸ਼ੀ ਦਾ ਫਤੂਰ ਸਵਾਰ ਹੋਇਆ, ਘਰ ਵਿੱਚ ਕੋਈ ਘਟਨਾ ਵਾਪਰ ਗਈ, ਕੋਈ ਪਰਿਵਾਰ ਦਾ ਜੀ ਚਲਾਣਾ ਕਰ ਗਿਆ, ਅਖੰਡ ਪਾਠ ਸਾਹਿਬ ਰੱਖਿਆ ਹੋਇਆ ਤੇ ਉਸ ਬਹੁਤੇ ਦੁੱਖ ਦੇ ਵਹਿਣ ਵਿੱਚ ਵੀ ਕੋਈ ਬਹਿਣ ਵਾਸਤੇ, ਗਿਆਨ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ। ਮਸਕੀਨ ਜੀਆਂ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿਣ ਲੱਗੇ ਸੰਤੁਲਨ ਜਿਹਾ ਬਣਿਆ ਹੋਵੇ ਉਸ ਹਾਲਾਤ ਦੇ ਵਿੱਚ, ਉਸ ਸਮੇਂ ਫਿਰ ਗਿਆਨ ਹਾਸਲ ਬੰਦਾ ਕਰ ਸਕਦਾ, ਉਹਦਾ ਵੀ ਇੱਕ ਸਮਾਂ ਆ। ਕਲਗੀਧਰ ਸਤਿਗੁਰਾਂ ਨੇ ਜਾਣਿਆ ਵੀ ਅਜੇ ਨਹੀਂ ਇਹਨੂੰ ਗੱਲ ਦੀ ਸਮਝ ਪੈਣੀ, ਕੁਝ ਸਮਾਂ ਦੇ ਦਿੱਤਾ ਵੀ ਕੋਈ ਗੱਲ ਨਹੀਂ, ਸਵੇਰੇ ਕਰਾਂਗੇ ਗੱਲ। ਪ੍ਰਾਤ ਹੋਤ ਹਮ ਪਰਖਣ ਕਰੈ। ਪਾਤਸ਼ਾਹ ਕਹਿੰਦੇ ਸਵੇਰੇ ਮੈਂ ਪਰਖ ਕਰਾਂਗਾ, ਸਵੇਰੇ ਪਰਖ ਕਰਾਂਗੇ ਇਹਦੀ। ਤੁਪ ਕਹਤੈ ਹੇਰੈ ਕਿਵੇਂ ਕਰਿਆ, ਕਹਿੰਦੇ ਮੈਂ ਬੰਦੂਕ ਚਲਾਵਾਂਗਾ, ਵੇਖਾਂਗਾ ਭਲਾ ਕਿਵੇਂ ਤੇਰੀ ਢਾਲ ਮੇਰੀ ਬੰਦੂਕ ਦੀ ਗੋਲੀ ਸਾਹਮਣੇ ਅੜਦੀ ਹੈ। ਕਿਮ ਹੋਏ ਜਿਕਰ ਤਰੀ ਪੁਨ ਮੋਨ ਸੁਨਹਿ ਰਸ ਗਏ ਸਭ ਮੋਹਨ। ਐਵੇਂ ਕਹਿੰਦਿਆਂ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਉਹ ਗੱਲ ਉੱਥੇ ਖਤਮ ਕਰ ਦਿੱਤੀ। ਭਾਈ ਲਾਲ ਸਿੰਘ ਨੇ ਢਾਲ ਨੂੰ ਕੱਪੜੇ 'ਚ ਉਸੇ ਤਰ੍ਹਾਂ ਦੁਬਾਰਾ ਫਿਰ ਲਪੇਟਿਆ, ਲਿਆਇਆ ਸੀ ਭੇਟ ਕਰਨ ਵਾਸਤੇ, ਦੁਬਾਰਾ ਫਿਰ ਲਪੇਟ ਲਈ ਵਾਪਸ ਲਿਜਾਣ ਵਾਸਤੇ ਵੀ ਸਵੇਰੇ ਪਰਖ ਕਰਕੇ ਤੇ ਫੇਰ ਭੇਟਾ ਕਰਨੀ ਹੈ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਬਾਰ ਵਿੱਚ ਰਹਿਰਾਸ ਸਾਹਿਬ ਦਾ ਪਾਠ ਹੋਇਆ, ਦੀਵਾਨ ਦੀ ਸਮਾਪਤੀ ਹੋਈ ਤੇ ਸਾਰੇ ਆਪੋ ਆਪਣੇ ਡੇਰਿਆਂ ਨੂੰ, ਜਿੱਥੇ ਜਿੱਥੇ ਸਿੱਖਾਂ ਜਾ ਕੇ ਵਿਸ਼ਰਾਮ ਕਰਨਾ ਸੀ, ਵਾਪਸ ਚਲੇ ਗਏ ਹਨ। ਲਾਲ ਸਿੰਘ ਡੇਰੇ ਮੈਂ ਜਾਏ ਸਮਝਰ ਤੇ ਮੈਂ ਬਹੁ ਪਛਤਾਏ। ਤੇ ਲਾਲ ਸਿੰਘ ਘਰ ਨੂੰ ਚਲੇ ਗਏ ਵਾਪਸ, ਜਿੱਥੇ ਡੇਰਾ ਸੀ, ਜਿੱਥੇ ਜਾ ਕੇ ਆਰਾਮ ਕਰਨਾ ਸੀ, ਜਿੱਥੇ ਪਰਿਵਾਰ ਆਇਆ ਹੋਇਆ ਸੀ, ਨਾਲ ਪਰਿਵਾਰ ਸੀ, ਪਰਿਵਾਰ ਦੇ ਕੋਲ ਚਲੇ ਗਏ। ਤੇ ਜਦੋਂ ਢਾਲ ਉਸੇ ਤਰ੍ਹਾਂ ਕੱਪੜੇ ਵਿੱਚ ਵਾਪਸ ਲੈ ਕੇ ਗਏ ਤੇ ਕੁਝ ਵਿਦਵਾਨਾਂ ਜ਼ਿਕਰ ਕੀਤਾ ਹੈ ਵੀ ਘਰ ਵਾਲੀ ਨੇ ਪੁੱਛਿਆ, ਸਿੰਘਣੀ ਨੇ ਪੁੱਛਿਆ, ਸਿੱਖਣੀ ਪੁੱਛਿਆ ਵੀ ਇਹ ਢਾਲ ਤੁਸੀਂ ਭੇਟ ਨਹੀਂ ਕਰਕੇ ਆਏ, ਵਾਪਸ ਲੈ ਆਏ ਹੋ, ਇਹ ਤੁਸੀਂ ਭੇਟ ਕਰਨ ਵਾਸਤੇ ਗਏ ਸੀ ਤੇ ਇਹਨੂੰ ਵਾਪਸ ਲੈ ਆਏ ਹੋ। ਤੇ ਫਿਰ ਆਪਸ ਵਿੱਚ ਵਾਰਤਾਲਾਪ ਹੋਈ ਵੀ ਭੇਟ ਕੀ ਕਰਕੇ ਆਉਣੀ ਸੀ, ਉੱਥੇ ਤੇ ਹੋਰ ਹੀ ਖੇਡ ਵਰਤ ਗਈ ਮੇਰੇ ਨਾਲ ਨਾਲ ਸਮਝ ਪੈਣੀ ਸ਼ੁਰੂ ਹੋ ਗਈ, ਕਿਉਂਕਿ ਉਸ ਮਾਹੌਲ ਚੋਂ ਬਾਹਰ ਨਿਕਲ ਆਏ ਨਾ। ਉਹ ਜਿਹੜਾ ਮਾਹੌਲ ਇੱਕ ਤਰ੍ਹਾਂ ਦਾ ਬਣਿਆ ਹੋਇਆ ਸੀ, ਉਹ ਮਾਹੌਲ ਸਿਰਜਿਆ ਗਿਆ ਉਸ ਥਾਂ ਦੇ ਉੱਤੇ, ਤੇ ਉਦੋਂ ਫਿਰ ਸਮਝ ਨਹੀਂ ਸੀ ਪੈ ਰਹੀ। ਥੋੜਾ ਜਿਹਾ ਉਸ ਤੋਂ ਪਾਸੇ ਹੋ, ਜਿਵੇਂ ਆਪਾਂ ਗੁੱਸੇ ਵਿੱਚ ਹੋਈਏ, ਕਈ ਵਾਰ ਬੰਦਾ ਬੜੇ ਕਬੋਲ ਬੋਲੀ ਜਾਂਦਾ ਗੁੱਸੇ ਵਿੱਚ, ਪਰ ਥੋੜਾ ਜਿਹਾ ਜਦੋਂ ਆਪਣੇ ਆਪ ਨੂੰ ਪਾਸੇ ਕਰਕੇ ਵੇਖਦਾ ਹੈ ਤੇ ਫਿਰ ਉਸ ਚੀਜ਼ ਨੂੰ ਫੀਲ ਕਰਦਾ ਵੀ ਨਹੀਂ, ਕਿਉਂਕਿ ਉਹ ਫਿਰ ਉਸ ਮੌਕੇ ਤੋਂ ਪਾਸੇ ਹੋ ਗਿਆ, ਉਸ ਹਾਲਾਤ ਚੋਂ ਥੋੜਾ ਜਿਹਾ ਲਾਂਭੇ ਹੋ ਗਿਆ ਤੇ ਫਿਰ ਸਮਝ ਪਈ। ਆਖਿਆ ਮੈਂ ਤੇ ਬੜਾ ਵੱਡਾ ਗੁਨਾਹ ਕਰ ਆਇਆ, ਮੈਂ ਤੇ ਵੱਡੀ ਗੁਸਤਾਖੀ ਕਰ ਲਈ। ਮੈਂ ਕਲਗੀਧਰ ਸਤਿਗੁਰੂ ਨੂੰ ਕਹਿ ਦਿੱਤਾ ਵੀ ਤੁਸੀਂ ਬੰਦੂਕ ਚਲਾ ਕੇ ਵੇਖ ਲਓ। ਇੰਨਾ ਪਰਦਾ ਪੈ ਗਿਆ ਮਨਾ ਤੇਰੀ ਬੁੱਧੀ ਦੇ ਉੱਤੇ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਪਾਤਸ਼ਾਹ ਜੀ ਨੂੰ ਆਖ ਆਇਆ ਜਿਹੜੇ ਤੀਰ ਚਲਾਉਂਦੇ ਆ ਸੋਨੇ ਨਾਲ ਲੱਗੇ ਹੋਏ, ਤੇ ਜ਼ਾਲਮ ਕਹਿੰਦਾ ਇਹ ਕਰਾਮਾਤ ਆ, ਤੇ ਦੂਸਰਾ ਤੀਰ ਚਲਾ ਕੇ ਸਤਿਗੁਰੂ ਜੀ ਕਹਿੰਦੇ ਕਰਾਮਾਤ ਨਹੀਂ, ਸਾਡਾ ਨਿਤ ਦਾ ਅਭਿਆਸ ਆ। ਇਹ ਪਾਵੇ ਦੇ ਵਿੱਚ ਮਾਰਿਆ, ਦੂਸਰਾ ਨਾਲ ਪੱਤਰ ਲਿਖ ਕੇ ਭੇਜਿਆ ਵੀ ਇਹਨੂੰ ਕਰਾਮਾਤ ਨਾ ਸਮਝਿਓ, ਇਹ ਨਿਤ ਦਾ ਅਭਿਆਸ ਆ। ਮੈਂ ਉਸ ਕਲਗੀਧਰ ਸਤਿਗੁਰੂ ਨੂੰ ਜਿਹੜਾ ਇੱਕ ਥਾਂ ਤੇ ਨੇਜਾ ਮਾਰੇ ਤੇ ਨੇਜਾ ਮਾਰ ਕੇ ਧਰਤੀ ਦੀ ਛਾਤੀ ਚੋਂ ਪਾਣੀ ਦਾ ਚਸ਼ਮਾ ਫੁਟਾ ਦਿੰਦਾ, ਮੈਂ ਉਸ ਸਤਿਗੁਰੂ ਨੂੰ ਕਹਿ ਆਇਆ ਵੀ ਤੁਸੀਂ ਢਾਲ ਦੇ ਵਿੱਚ ਬੰਦੂਕ ਮਾਰ ਕੇ ਵੇਖ ਲਓ ਗੋਲੀ। ਉਸ ਗੱਲ ਦੀ ਸਮਝ ਘਰ ਜਾ ਕੇ ਪਈ। ਪਤਨੀ ਨੇ ਸਮਝਾਇਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਰਾਜਾਨ ਰਾਜ ਭਾਣ ਆਣ ਭਾਣ ਦੀਵਾਨ ਦੇਵ ਸਰਬ ਕਲਾ ਸਮਰੱਥ ਸਤਿਗੁਰੂ ਜੀ ਨੂੰ ਕਿਹਾ ਤੁਸਾਂ, ਬੜਾ ਹਿਰਦੇ ਦੇ ਵਿੱਚ ਪਛਤਾਵਾ ਲੱਗਾ ਹੈ। ਮੂਰਖ ਪਨਾ ਕੌਣ ਮੈਂ ਲਿਓ, ਗੁਰ ਕੇ ਸਨਮੁਖ ਬੋਲਤ ਗਇਓ। ਆਪਣੇ ਆਪ ਨੂੰ ਮੂਰਖ ਕਹਿਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਨਹੀਂ ਕਿਹਾ, ਆਪਣੇ ਆਪ ਨੂੰ ਆਪ ਹੀ ਮੂਰਖ ਕਹਿਣਾ ਸ਼ੁਰੂ ਕਰ ਦਿੱਤਾ। ਸਮਝ ਪੈ ਗਈ ਨਾ ਗੱਲ ਦੀ ਹੁਣ।
ਪਤਾ ਲੱਗ ਗਿਆ ਵੀ ਮੈਂ ਇੱਕ ਨਿਮਾਣਾ ਜਿਹਾ ਸਿੱਖ, ਨਿਤਾਣਾ ਜਿਹਾ ਸਿੱਖ, ਪੱਲੇ ਕੁਛ ਵੀ ਨਹੀਂ। ਮੈਂ ਗੁਰੂ ਨੂੰ ਚੈਲੰਜ ਕਰਕੇ ਆ ਗਿਆ ਵੀ ਤੁਸੀਂ ਗੋਲੀ ਚਲਾ ਕੇ ਵੇਖ ਲਓ। ਆਪਣੇ ਆਪ ਨੂੰ ਮੂਰਖ ਜਾਣਿਆ, ਆਪਣੇ ਆਪ ਨੂੰ ਭੁੱਲਰ ਹਾਰ ਜਾਣਿਆ ਤੇ ਸਾਧ ਸੰਗਤ ਜੀ ਐਵੇਂ ਜਾਣਿਆ ਮੈਂ ਸਤਿਗੁਰੂ ਦੇ ਨਾਲ ਬੋਲ ਕਬੂਲ ਕਰ ਆਇਆ ਹਾਂ। ਰਾਤ ਹੋ ਤਖਤ ਹੈ ਜਬ ਗੋਰੀ ਸਿਪਰ ਫੋਰ ਕਰ ਡਰੈ ਮੋਰੀ। ਕਹਿ ਲੱਗੇ ਹੁਣ ਜਦੋਂ ਸਵੇਰ ਹੋਏਗੀ ਸਤਿਗੁਰਾਂ ਨੇ ਗੋਲੀ ਚਲਾਉਣੀ ਆ ਤੇ ਮੇਰੀ ਢਾਲ ਦੀ ਕੀ ਮਜਾਲ ਆ। ਮੇਰੇ ਸਤਿਗੁਰੂ ਦੇ ਚਾਹਣ ਤੇ ਪਰਬਤ ਵਿੱਚ ਪਹਾੜ ਵਿੱਚ ਗੋਲੀ ਮਾਰ ਕੇ ਤੇ ਪਹਾੜ ਨੂੰ ਵਿੰਨ ਸੁੱਟਣ, ਪਹਾੜ ਪਾਰ ਕੇ ਮੇਰੇ ਸਤਿਗੁਰੂ ਦੀ ਗੋਲੀ ਪਾਰ ਹੋ ਜਾਵੇ। ਕਹਿ ਲੱਗਾ ਹੁਣ ਸਵੇਰ ਹੋਣੀ ਆ, ਸਵੇਰ ਦਾ ਦੀਵਾਨ ਸਜਣਾ ਹੈ ਤੇ ਭਰੇ ਦੀਵਾਨ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਮੈਨੂੰ ਕਹਿਣਗੇ ਫੜ ਕੇ ਢਾਲ ਖਲੋ ਸਾਹਮਣੇ, ਮੈਂ ਕੀ ਕਰਾਂਗਾ। ਮੇਰੀ ਢਾਲ ਸਮਰੱਥਾ ਨਹੀਂ ਕਲਗੀਧਰ ਸਤਿਗੁਰੂ ਦੀ ਗੋਲੀ ਦਾ ਮੁਕਾਬਲਾ ਕਰ ਸਕੇ। ਲਿਓ ਬਿਗਾੜ ਆਪਣੋ ਕਾਜਾ ਕਰਤਾ ਪੁਰਖ ਰਖੇ ਮਮਲਾ ਜਾ। ਮੈਂ ਖੁਸ਼ੀ ਲੈਣ ਵਾਸਤੇ ਆਇਆ ਸਾਂ ਸਤਿਗੁਰੂ ਦੀ। ਮੈਂ ਤੇ ਭਾਵਨਾ ਨਾਲ ਢਾਲ ਭੇਟ ਕਰਕੇ ਗੁਰੂ ਨੂੰ ਖੁਸ਼ ਕਰਨਾ ਸੀ, ਪ੍ਰਸੰਨ ਕਰਨਾ ਸੀ। ਮੈਂ ਆਪਣੇ ਹੱਥੀਂ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਮੈਂ ਤੇ ਆਪਣਾ ਕਾਜ ਵਿਗਾੜ ਬੈਠਾ, ਖੁਸ਼ੀ ਕੀ ਲੈਣੀ, ਸਗੋਂ ਮੈਂ ਤੇ ਸਤਿਗੁਰੂ ਦੇ ਰੋਹ ਦਾ ਪਾਤਰ ਬਣ ਗਿਆ। ਸਤਿਗੁਰੂ ਕਹਿੰਦੇ ਲਿਆਈ ਸਵੇਰੇ ਤੇਰੀ ਢਾਲ ਵੇਖਾਂਗੇ ਗੋਲੀ ਮਾਰ ਕੇ ਭਲਾ ਕਿਉਂ ਨਹੀਂ ਪਾਰ ਹੁੰਦੀ ਇਹਦੇ ਵਿੱਚੋਂ। ਬੜਾ ਪਛਤਾਵਾ ਲੱਗਾ ਸਾਧ ਸੰਗਤ ਜੀ। ਫਿਰ ਬੇਨਤੀ ਨਿਕਲੀ ਅੰਦਰੋਂ, ਫਰਿਆਦ ਨਿਕਲੀ ਧੁਰ ਅੰਦਰੋਂ। ਆਖਿਆ ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੁਣ ਮੇਰੀ ਲਾਜ ਰੱਖ ਸਕਦਾ ਹੈ। ਲੈ ਆਏ ਤਿਹਾਵਲ ਕਰ ਬੋ ਗਿਣਤੇ ਮੁਕਤੇ ਸਿੰਘਨ ਸੋ ਕੈ ਬਿਨਤੇ। ਸਾਧ ਸੰਗਤ ਫਿਰ ਦੋਵੇਂ ਜੀ ਆਪਸ ਵਿੱਚ ਸਲਾਹ ਕਰਦੇ ਆ, ਮਸ਼ਵਰਾ ਕਰਦੇ ਆ ਕੀ ਹੱਲ ਹੋਵੇ, ਕਿਵੇਂ ਮਸਲਾ ਹੱਲ ਹੋ ਸਕਦਾ, ਕਿਹਨੂੰ ਕਹੀਏ। ਸਤਿਗੁਰੂ ਦੇ ਨਾਲ ਤੇ ਆਪਾਂ ਚੈਲੰਜ ਕਰ ਆਏ, ਗੁਰੂ ਅੱਗੇ ਫਰਿਆਦ ਕਰਨੀ ਆ, ਸਤਿਗੁਰੂ ਸਾਹਿਬ ਮਹਾਰਾਜ ਨੂੰ ਹੀ ਬੇਨਤੀ ਕਰ ਸਕਦੇ ਆ ਤੇ ਉਸੇ ਪਾਤਸ਼ਾਹ ਨੂੰ ਅਸਾਂ ਆਖਿਆ ਵੀ ਚਲਾ ਲਿਓ ਗੋਲੀ, ਕੋਈ ਗੱਲ ਨਹੀਂ। ਉੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਆਖੇ ਹੋਏ ਬੋਲ ਚੇਤੇ ਆਏ, ਸਿੰਘ ਪੰਚਨ ਮੈਂ ਮੇਰੋ ਆਸਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਖਿਆ ਵਾ ਕਿ ਉਹ ਸਿੱਖ ਜਿਹੜਾ ਰਹਿਤ ਵਿੱਚ ਪਰਪੱਕ ਹੈ, ਉਹ ਸਿੱਖ ਜਿਹੜਾ ਕਰਨੀ ਤੇ ਕਥਨੀ ਦਾ ਪੂਰਾ ਆ, ਉਹਨੂੰ ਆਪਣਾ ਰੂਪ ਸਤਿਗੁਰੂ ਨੇ ਖਾਲਸੇ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਤੇ ਫਿਰ ਉਸ ਪੰਜਾਂ ਦੀ ਯਾਦ ਆਈ ਵੀ ਪੰਜਾਂ ਸਿੰਘਾਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਨੇ ਜਦੋਂ ਪੰਜਾਂ ਸਿਰਾਂ ਦੀ ਮੰਗ ਕੀਤੀ ਤੇ ਬੜਾ ਮਾਣ ਕੀਤਾ। ਹੁਣ ਫਿਰ ਕੀ ਕਰੀਏ, ਇਹਨਾਂ ਪੰਜਾਂ ਸਿੱਖਾਂ ਪਾਸੋਂ ਅਰਦਾਸ ਕਰਵਾਈਏ ਸਤਿਗੁਰੂ ਜੀ ਲਾਜ ਰੱਖ ਲੈਣ ਆਪਣੇ ਸਿੱਖ ਦੀ, ਪਰਦਾ ਢੱਕ ਲੈਣ ਆਪਣੇ ਸਿੱਖ ਦਾ। ਜਿਵੇਂ ਵੀ ਹੋ ਸਕਦਾ ਆ ਪਾਤਸ਼ਾਹ ਦੀ ਬਸ ਕਿਰਪਾ ਕਰਕੇ ਪਰਦਾ ਢੱਕ ਲਓ। ਕਵੀ ਜੀਆਂ ਨੇ ਇੱਥੇ ਲਿਖਿਆ ਕਿ ਪੰਜਾਂ ਸਿੰਘਾਂ ਨੂੰ ਸੱਦ ਕੇ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਤੇ ਜਿਸ ਸਤਿਗੁਰੂ ਦੇ ਨਾਲ ਵਾਰਤਾਲਾਪ ਕੀਤੀ ਆ, ਜਿਸ ਸਤਿਗੁਰੂ ਦੇ ਨਾਲ ਬੋਲ ਸਾਂਝੇ ਹੋਏ ਨੇ, ਉਸੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਵਾਈ ਜਾ ਰਹੀ ਹੈ। ਪੰਜ ਸਿੰਘ ਕੋ ਦੋ ਮਹਾਰਾ ਪ੍ਰਤ ਮੋਹਿ ਰੱਖੋ ਸਚਿਆਰਾ। ਆਖਿਆ ਗੁਰ ਸਿੱਖੋ ਅਰਦਾਸ ਕਰੋ, ਸਿੱਖ ਦਾ ਪਰਦਾ ਢੱਕਿਆ ਰਹਿ ਜਾਏ, ਲਾਜ ਰੱਖ ਲੈਣ ਮੇਰੇ ਸਤਿਗੁਰੂ ਜੀ। ਮੈਂ ਪੰਜਾਂ ਸਿੱਖਾਂ ਦਾ ਪ੍ਰਸ਼ਾਦ ਕਰਾਂਗਾ, ਪ੍ਰਸ਼ਾਦਾ ਛਕਾਵਾਂਗਾ, ਆਹਾਰ ਛਕਾਵਾਂਗਾ। ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ, ਆਨੰਦ ਸਾਹਿਬ ਦੀਆਂ 6 ਪੌੜੀਆਂ ਪੜੀਆਂ, ਪੰਜਾਂ ਪਾਸੋਂ ਅਰਦਾਸ ਕਰਕੇ ਆਖਿਆ ਪ੍ਰਾਤ ਮੋਹੇ ਰਾਖੋ ਸਚਿਆਰਾ। ਸਵੇਰ ਹੁੰਦਿਆਂ ਸਭਾ ਵਿੱਚ ਮੇਰੀ ਲਾਜ ਰਹਿ ਜਾਵੇ, ਐਵੇਂ ਫਰਿਆਦ ਕੀਤੀ ਹੈ। ਖਰੇ ਹੋਏ ਅਰਦਾਸ ਕਰਾਈ ਸਤਿਗੁਰੂ ਰੱਖੇ ਸਿੱਖ ਵਡਿਆਈ। ਸਿੱਖਾਂ ਪਾਸੋਂ ਅਰਦਾਸ ਕਰਾਈ, ਸਤਿਗੁਰੂ ਜੀ ਸਿੱਖ ਦਾ ਪਰਦਾ ਢੱਕ ਲੈਣ। ਉਹਨਾਂ ਗੁਰਸਿੱਖਾਂ ਨੇ ਅਰਦਾਸ ਕੀਤੀ ਹੈ। ਜਿਸ ਮੈਂ ਕਰ ਕ੍ਰਿਤ ਚੋਰੀ ਉਰਤੇ ਪ੍ਰਭੂ ਵਾਰਾ ਦੇ ਨਿਸ਼ਚੈ ਉਰਤੇ। ਸਾਧ ਸੰਗਤ ਕਵੀ ਦੀਆਂ ਨੇ ਬੋਲ ਵਰਤਿਆ ਵੀ ਰਾਤ ਨੂੰ ਗੁਰੂ ਤੋਂ ਚੋਰੀ ਗੁਰੂ ਦਿਆਂ ਚਰਨਾਂ 'ਚ ਅਰਦਾਸ ਕਰਵਾਈ ਜਾ ਰਹੀ ਹੈ। ਰਾਤ ਵੇਲੇ ਭਾਈ ਲਾਲ ਸਿੰਘ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਅਰਦਾਸ ਕਰਵਾਈ ਹੈ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆਪਣਾ ਪਰਦਾ ਟਿਕਾਉਣ ਵਾਸਤੇ, ਲਾਜ ਰੱਖਣ ਵਾਸਤੇ ਪਾਤਸ਼ਾਹ ਦੇ ਚਰਨਾਂ ਦਾ ਆਸਰਾ ਤੱਕਿਆ ਹੈ। ਰਾਤ ਪਾਏ ਗੁਰ ਸਭਾ ਲਗਾਏ ਲੈ ਕਰ ਸਿਪਰ ਗਇਓ ਤਿਸ ਥਾਏ। ਸਾਰੀ ਰਾਤ ਇਵੇਂ ਅਰਦਾਸਾਂ ਕਰਦਿਆਂ ਕਰਦਿਆਂ ਬਤੀਤ ਹੋਈ। ਸਿੱਖਾਂ ਤੋਂ ਵੀ ਅਰਦਾਸ ਕਰਵਾ ਲਈ। ਆਪ ਨੂੰ ਕਿੱਥੇ ਨੀਂਦਰ ਪੈਂਦੀ ਆ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ, ਮੈਂ ਏਡੀ ਵੱਡੀ ਗਲਤੀ ਕਿਵੇਂ ਕਰ ਲਈ ਉਹਨਾਂ ਸਿੱਖਾਂ ਦੇ ਬੋਲਾਂ ਵਿੱਚ ਆ ਕੇ।
ਮੈਂ ਇੰਨਾ ਵੱਡਾ ਹੰਕਾਰ ਵਿੱਚ ਮੱਤਿਆ ਹੋਇਆ, ਹੰਕਾਰ ਵਿੱਚ ਰਤਿਆ ਹੋਇਆ ਬੋਲ ਕਿਵੇਂ ਕਹਿ ਬਿਠਾ ਸਤਿਗੁਰੂ ਸਾਹਿਬ ਮਹਾਰਾਜ ਨੂੰ ਮੈਂ ਗੁਰੂ ਦੀ ਖੁਸ਼ੀ ਲੈਣੀ ਸੀ। ਇੱਥੇ ਹੁਣ ਸਾਨੂੰ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ, ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਹੈ। ਕੋਈ ਗੁਰੂ ਘਰ ਭੇਟਾ ਆਪਾਂ ਲੈ ਕੇ ਆਉਨੇ ਆ, ਕੋਈ ਦਸਵੰਧ ਆਪਣਾ ਲਿਆ ਕੇ ਭੇਟ ਕਰਦੇ ਆ, ਕੋਈ ਵਸਤੂ ਲੈ ਕੇ ਆਉਨੇ ਆ, ਲਿਆਤੀ ਗੁਰੂ ਚਰਨਾਂ ਵਿੱਚ ਰੱਖ ਦਿੱਤੀ ਤੇ ਆਪਣਾ ਉਹਦੇ ਤੋਂ ਅਧਿਕਾਰ ਜਤਾਉਣਾ ਖਤਮ ਕਰ ਦਿਆ ਕਰੀਏ। ਪਰ ਨਹੀਂ ਹੁੰਦਾ। ਜਿਹੜੀ ਵਸਤੂ ਲੈ ਕੇ ਆਉਨੇ ਆ ਗੁਰੂ ਕਿਰਪਾ ਕਰਦਾ ਉਹ ਤੋਂ ਆਪਣਾ ਹੰਕਾਰ ਜਤਾਉਣਾ ਬੰਦ ਕਰ ਦਿਆ ਕਰੀਏ। ਹੁਣ ਸਮਾਂ ਸੀਮਤ ਤੇ ਆਪਾਂ ਸਾਖੀ ਕੰਪਲੀਟ ਕਰਨੀ ਆ। ਹਜੂਰ ਸਾਹਿਬ ਮਸਕੀਨ ਜੀ ਆਖਦੇ, ਕਹਿੰਦੇ ਇੱਕ ਬਜ਼ੁਰਗ ਨੂੰ ਮੈਂ ਆਪਣੀਆਂ ਨੇਤਰਾਂ ਨਾਲ ਤੱਕਿਆ, ਵੇਖਿਆ ਉਹ ਫਰਸ਼ ਤੇ ਕੁਝ ਢੂੰਡ ਰਿਹਾ, ਕੁਝ ਲੱਭ ਰਿਹਾ। ਤੇ ਕਹਿੰਦੇ ਜਦੋਂ ਮੈਂ ਕੋਲ ਜਾ ਕੇ ਵੇਖਿਆ ਵੀ ਬਜ਼ੁਰਗ ਆ, ਹੋ ਸਕਦਾ ਕੋਈ ਵਸਤੂ ਵਿਚਾਰੇ ਦੀ ਡਿੱਗ ਪਈ ਹੋਣੀ, ਨਹੀਂ ਪਤਾ ਲੱਗਦਾ। ਤੇ ਕਹਿੰਦੇ ਮੈਂ ਜਾ ਕੇ ਬੇਨਤੀ ਕੀਤੀ, ਬਜ਼ੁਰਗੋ ਮੈਨੂੰ ਦੱਸ ਦਿਓ ਤੇ ਮੈਂ ਲੱਭ ਕੇ ਤੁਹਾਨੂੰ ਉਹ ਵਸਤੂ ਦੇ ਦਿੰਦਾ, ਕੀ ਡਿੱਗ ਪਿਆ ਤੁਹਾਡਾ? ਤੇ ਕਹਿੰਦੇ ਉਸ ਬਜ਼ੁਰਗ ਨੇ ਆਖਿਆ, ਅੱਗੋਂ ਜਿਹੜਾ ਜਵਾਬ ਦਿੱਤਾ, ਕਹਿੰਦੇ ਸੁਣ ਕੇ ਮੈਂ ਅੰਦਰ ਤੱਕ ਕੰਬ ਗਿਆ। ਬਜ਼ੁਰਗ ਕਹਿੰਦਾ ਡਿੱਗਾ ਕੁਛ ਨਹੀਂ ਆ, 1 ਸਾਲ ਪਹਿਲਾਂ ਆਇਆ ਸਾਂ, 1000 ਰੁਪਈਆ ਇਹਨਾਂ ਪ੍ਰਬੰਧਕਾਂ ਨੂੰ ਦੇ ਕੇ ਗਿਆ ਸਾਂ ਤੇ ਮੈਂ ਕਿਹਾ ਸੀ ਇੱਥੇ ਮੇਰੇ ਨਾਂ ਦੀ ਸਿਲ ਲਾ ਦਿਓ, ਇੱਥੇ ਮੇਰਾ ਨਾਂ ਲਿਖ ਦਿਓ ਵੀ 1000 ਰੁਪਈਆ ਭੇਟ ਕਰਕੇ ਗਿਆ। ਤੇ ਮਸਕੀਨ ਜੀ ਕਹਿੰਦੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਆ ਕੇ ਆਪਣਾ ਨਾਮ ਲੱਭ ਰਹੇ ਹੋ, ਇੱਥੋਂ ਆ ਕੇ ਤੇ ਉਹਦਾ ਨਾਮ ਲੱਭ ਲਓ। ਇੱਥੇ ਆ ਕੇ ਵੀ ਆਪਣਾ ਹੀ ਨਾਮ ਲੱਭੀ ਜਾਂਦੇ ਆ। ਵੇਖਿਆ ਗੁਰਦੁਆਰਿਆਂ ਦੇ ਵਿੱਚ ਕਈ ਥਾਵਾਂ ਤੇ ਪੱਖਾ ਚੜਿਆ ਤੇ ਪੱਖੇ ਤੇ ਸਾਰੇ ਟੱਬਰ ਦੇ ਨਾਂ ਲਿਖੇ ਹੋਏ, ਸਵਰਗਵਾਸੀ ਫਲਾਣਾ ਸਿੰਘ ਸੁਪੁੱਤਰ ਫਲਾਣਾ ਸਿੰਘ। ਅਰੇ ਸੁਖਣਾ ਇੱਥੇ ਤੇ ਪਾਰੀ 3 ਨੇ, ਨਾਂ ਥੋੜੇ ਲਿਖੇ ਜਾਂਦੇ ਆ। ਕਿਤੇ ਵਿਦੇਸ਼ਾਂ ਵਾਂਗੂ 5-7 ਪਰਾਂ ਵਾਲਾ ਪੱਖਾ ਹੋਵੇ ਤੇ ਪੂਰੀ ਪੀੜ੍ਹੀ ਦੇ ਨਾਂ ਲਿਖਾ ਦਈਏ ਅਸੀਂ। ਕੋਈ ਛੋਟੀ ਮੋਟੀ ਵਸਤੂ ਭੇਟ ਕਰੀ ਦੀ, ਸਾਰੇ ਟੱਬਰ ਦਾ ਨਾਂ ਉਹਦੇ ਤੇ ਲਿਖਾਇਆ ਹੁੰਦਾ। ਤੇ ਕਿੰਨਾ ਚੰਗਾ ਹੋਵੇ ਵੀ ਬਸ ਭੇਟ ਕਰ ਦਿੱਤੀ ਜੀ, ਗੁਰੂ ਨੇ ਕਿਰਪਾ ਕਰਕੇ ਸੇਵਾ ਲੈ ਲਈ, ਫੇਰ ਵੀ ਉਹਦੇ ਤੋਂ ਆਪਣਾ ਹੱਕ ਨਹੀਂ ਜਤਾਉਣਾ ਛੱਡਦੇ। ਅਸੀਂ ਫਲਾਣੀ ਚੀਜ਼ ਚੜਾ ਕੇ ਗਏ ਸਾਂ, ਉਹ ਕਿੱਥੇ ਗਈ? ਅਸੀਂ ਆਹ ਵਸਤੂ ਲੈ ਕੇ ਆਏ ਸੀ, ਉਹ ਕਿੱਥੇ ਗਈ? ਇਹ ਇੱਥੇ ਹੀ ਲੱਗਣੀ ਚਾਹੀਦੀ ਆ, ਇਹ ਵਸਤੂ ਇੱਥੇ ਹੀ ਲੱਗਣੀ ਚਾਹੀਦੀ ਆ, ਇਹਦੀ ਥਾਂ ਇੱਥੇ ਹੀ ਆ। ਆਪਣਾ ਅਧਿਕਾਰ ਜਤਾਉਣਾ ਨਹੀਂ ਛੱਡਦੇ। ਭਾਈ ਲਾਲ ਸਿੰਘ ਨੇ ਵਿਚਾਰ ਕੀਤੀ, ਸਾਨੂੰ ਕਰਨੀ ਚਾਹੀਦੀ ਆ। ਆਖਿਆ ਮੈਂ ਸਤਿਗੁਰੂ ਦੇ ਘਰ ਆਇਆ ਸਾਂ, ਮੈਂ ਆਪਣਾ ਅਧਿਕਾਰ ਜਤਾ ਦਿੱਤਾ ਉਸ ਵਸਤੂ ਦੇ ਉੱਤੇ। ਸਾਰੀ ਰਾਤ ਇਵੇਂ ਜੋਦੜੀਆਂ ਕਰਦਿਆਂ, ਫਰਿਆਦਾਂ ਕਰਦਿਆਂ, ਤਰਲੇ ਕਰਦਿਆਂ ਹੋਇਆ ਤੇ ਉਹ ਚੀਜ਼ ਅੰਦਰੋਂ ਨਿਕਲ ਰਹੀ ਸੀ। ਉਹ ਧੁਰ ਅੰਦਰੋਂ ਅਰਦਾਸ ਨਿਕਲ ਰਹੀ ਸੀ ਤੇ ਧੁਰ ਅੰਦਰੋਂ ਨਿਕਲੀ ਹੋਈ ਫਰਿਆਦ ਕਦੀ ਵੀ ਵਿਅਰਥ ਨਹੀਂ ਜਾਂਦੀ। ਸਵੇਰ ਹੋਈ, ਸਵੇਰ ਹੁੰਦਿਆਂ ਸਾਰ ਹੱਥ ਕੰਬਦੇ ਨੇ, ਢਾਲ ਨੂੰ ਫੜਦੇ ਆ ਵੀ ਕਲਗੀਧਰ ਦੇ ਸਾਹਮਣੇ ਖਲੋਣਾ ਜਾ ਕੇ ਢਾਲ ਲੈ ਕੇ। ਅਰਦਾਸ ਕੀਤੀ ਆ, ਪਰ ਅਜੇ ਵੀ ਅੰਦਰ ਇਹ ਆ ਵੀ ਜਿਸ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਉਹਦੇ ਨਾਲ ਹੀ ਤੇ ਬੋਲ ਕਬੋਲ ਕਰਕੇ ਆਇਆ ਮੈਂ ਕੱਲ। ਉਸ ਢਾਲ ਨੂੰ ਲਿਆ, ਉਸੇ ਤਰ੍ਹਾਂ ਕੱਪੜੇ ਵਿੱਚ ਲਪੇਟਿਆ ਹੋਇਆ, ਸਵੇਰ ਦੇ ਦੀਵਾਨ ਵਿੱਚ ਭਾਈ ਲਾਲ ਸਿੰਘ ਜੀ ਉਸ ਢਾਲ ਨੂੰ ਲੈ ਕੇ ਜਾ ਪਹੁੰਚੇ ਹਨ। ਅਬ ਸਤਿਗੁਰ ਤੇ ਤੁਪਕ ਮਗਾਈ, ਸਿਦਰ ਨਿਸ਼ਾਨਾ ਤਰ ਵਗਵਾਏ। ਢਾਲ ਲਿਆਂਦੀ, ਸਤਿਗੁਰੂ ਜੀ ਕਹਿੰਦੇ ਉੱਥੇ ਲੈ ਕੇ ਖਲੋ ਜਾ ਸਾਹਮਣੇ ਢਾਲ ਆਪਣੀ। ਜਿੱਥੇ ਗੱਲ ਖਤਮ ਕੀਤੀ ਸੀ ਉੱਥੋਂ ਹੀ ਸ਼ੁਰੂ ਕਰ ਦਿੱਤੀ ਅਗਲੇ ਦਿਨ ਦੀਵਾਨ ਵਿੱਚ। ਸਤਿਗੁਰੂ ਕਹਿੰਦੇ ਉੱਥੇ ਸਾਹਮਣੇ ਖਲੋ ਜਾ ਢਾਲ ਲੈ ਕੇ ਆਪਣੀ। ਹੁਣ ਢਾਲ ਸਾਹਮਣੇ ਰੱਖੀ ਆ ਤੇ ਸਾਧ ਸੰਗਤ ਕਲਗੀਧਰ ਸਤਿਗੁਰਾਂ ਨੇ ਬੰਦੂਕ ਮੰਗਵਾਈ ਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਆਪਣੇ ਗੁਰਸਿੱਖ ਪਿਆਰੇ ਸੇਵਾਦਾਰ ਭਾਈ ਆਲਮ ਸਿੰਘ ਨੱਚਣਾ ਨੂੰ ਆਖਿਆ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਇਸ ਢਾਲ ਤੇ ਨਿਸ਼ਾਨਾ ਲਾਉਣਾ ਹੈ। ਆਲਮ ਸਿੰਘ ਸੰਗ ਪ੍ਰਭ ਕਹਿਓ, ਹਤਿਓ ਤੁਫੰਗ ਨਿਸ਼ਾਨੋ ਲਹਿਓ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਉਹ ਬੰਦੂਕ ਭਾਈ ਆਲਮ ਸਿੰਘ ਨੂੰ ਫੜਾਈ ਤੇ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਇਸ ਢਾਲ ਦੇ ਉੱਤੇ ਨਿਸ਼ਾਨਾ ਲਾਉਣਾ ਹੈ, ਇਸ ਢਾਲ ਨੂੰ ਫੋੜਨਾ, ਇਹਦੇ ਵਿੱਚ ਛੇਕ ਕਰਨਾ। ਕਲਗੀਧਰ ਸਤਿਗੁਰਾਂ ਨੇ ਇਵੇਂ ਇਸ਼ਾਰਾ ਭਾਈ ਆਲਮ ਸਿੰਘ ਨੂੰ ਕੀਤਾ ਹੈ। ਹੁਕਮ ਸਾਥ ਉੜ ਤਪਕ ਚਲਾਈ, ਗੋਰੀ ਨਹੀਂ ਲੱਗੀ ਵਿੱਚ ਜਾਏ। ਹੁਣ ਇੱਕ ਪਾਸੇ ਅਰਦਾਸ ਕੀਤੀ ਹੋਈ ਹੈ, ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਸਾਰੀ ਖੇਡ ਨੂੰ ਜਾਣਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਰਦਾਸ ਹੀ ਗੁਰੂ ਦੇ ਚਰਨਾਂ ਵਿੱਚ ਕੀਤੀ ਆ। ਹਾਲਾਂਕਿ ਸਾਖੀ ਨੂੰ ਕਈਆਂ ਇਸ ਪ੍ਰਕਾਰ ਵੀ ਸੁਣਾਇਆ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ ਦੇ ਚਰਨਾਂ ਵਿੱਚ ਫਰਿਆਦ ਕੀਤੀ। ਜਦੋਂ ਅਸੀਂ ਇਹ ਬੋਲ ਕਵਾਂਗੇ ਅਸੀਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਫਰਕ ਕਰ ਰਹੇ ਹੋਵਾਂਗੇ। ਜੋਤ ਉਹ ਜੁਗਤ ਸਾਏ, ਸ਼ਹਿਕਾਇਆ ਫੇਰ ਪਲਟੀਐ।
ਜਦੋਂ ਅਸੀਂ ਇਹ ਗੱਲ ਕਵਾਂਗੇ ਨਾ ਵੀ 9 ਪਾਤਸ਼ਾਹੀਆਂ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਇੱਥੋਂ ਤੱਕ ਵੀ ਆਖਿਆ ਵੀ ਉਹ 9 ਦੇ 9 ਅਗਲੇ ਪਾਸੇ ਹੱਥ ਰੱਖ ਕੇ ਖਲੋਤੇ। ਇਵੇਂ ਵੀ ਇਹ ਸਾਖੀ ਨੂੰ ਆਪਾਂ ਸੁਣਾਇਆ। ਉੱਥੇ ਫਿਰ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ 9 ਪਾਤਸ਼ਾਹੀਆਂ 'ਚ ਫਰਕ ਕਰ ਰਹੇ ਹੋਵਾਂਗੇ। ਅਰਦਾਸ ਕੀਤੀ ਉਸੇ ਸਤਿਗੁਰੂ ਦੇ ਚਰਨਾਂ 'ਚ। ਸਤਿਗੁਰੂ ਜਾਣਦੇ ਆ, ਨਾ ਭਾਈ ਆਲਮ ਸਿੰਘ ਜਾਣਦਾ ਹੈ, ਨਾ ਭਾਈ ਲਾਲ ਸਿੰਘ ਜਾਣਦਾ ਵੀ ਸਤਿਗੁਰੂ ਦੀ ਸਾਰੀ ਗੱਲ ਨੂੰ ਜਾਣ ਗਏ ਆ, ਨਾ ਉਹ ਸੰਗਤ ਜਾਣਦੀ ਆ ਜਿਸ ਸੰਗਤ ਵਿੱਚ ਭਾਈ ਲਾਲ ਸਿੰਘ ਕਹਿ ਕੇ ਗਿਆ ਸੀ ਵੀ ਇਹਦੇ ਚੋਂ ਨਹੀਂ ਗੋਲੀ ਪਾਰ ਹੋਣੀ, ਇਹਦੇ ਚੋਂ ਨਹੀਂ ਲੰਘ ਸਕਦੀ। ਉਹਨਾਂ ਸਿੱਖਾਂ ਦੇ ਵਿੱਚ ਕਿਵੇਂ ਦ੍ਰਿੜਤਾ ਹੋਣੀ, ਉਹਨਾਂ ਦੇ ਅੰਦਰ ਇਹ ਵਾਲਾ ਵਿਸ਼ਵਾਸ ਕਿਵੇਂ ਆਉਣਾ, ਬਸ ਉਹਨਾਂ ਦੇ ਅੰਦਰ ਉਹ ਭਰੋਸਾ ਭਰਨ ਵਾਸਤੇ ਇਹ ਗੱਲ ਸਾਰੀ ਸਤਿਗੁਰੂ ਜੀ ਹੁਣ ਕਲੀਅਰ ਕਰਨਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਭਾਈ ਆਲਮ ਸਿੰਘ ਨੂੰ ਆਖਿਆ, ਕਹਿੰਦੇ ਨਿਸ਼ਾਨਾ ਲਾ ਇਸ ਢਾਲ ਦੇ ਉੱਤੇ। ਭਾਈ ਆਲਮ ਸਿੰਘ ਨੇ ਨਿਸ਼ਾਨਾ ਲਾਉਣ ਦਾ ਯਤਨ ਕੀਤਾ ਤੇ ਕਵੀ ਜੀ ਆਖਦੇ ਨੇ ਗੋਲੀ ਚਲਾਈ, ਪਰ ਉਹ ਗੋਲੀ ਜਾ ਕੇ ਢਾਲ ਨੂੰ ਨਹੀਂ ਲੱਗੀ ਹੈ। 10 ਬਰੂਦ ਸੁਪੇਰ ਪ੍ਰਹਾਰੀ ਨਾਹਣ ਲਾਗੀ ਸਿਪਰ ਮਜਾਰੇ। ਪਹਿਲਾ ਨਿਸ਼ਾਨਾ ਮਿਸ ਹੋ ਗਿਆ, ਟਿਕਾਣੇ ਜਾ ਕੇ ਵੱਜਿਆ ਨਹੀਂ, ਦੁਬਾਰਾ ਫਿਰ ਬਰੂਦ ਕੱਸਿਆ ਤੇ ਦੁਬਾਰਾ ਫਿਰ ਗੋਲੀ ਚਲਾਈ ਹੈ। ਜਿਸਮਰ ਹੋ ਅਬ ਕਾਹੇ ਭਇਓ ਨਿਕ ਨਿਸ਼ਾਨਾ ਬਚ ਕਰ ਗਇਓ। ਦੂਸਰੀ ਵਾਰ ਵੀ ਨਿਸ਼ਾਨਾ ਲਾਇਆ, ਨਿਸ਼ਾਨਾ ਲੱਗਿਆ ਨਹੀਂ। ਭਾਈ ਆਲਮ ਸਿੰਘ ਬੜਾ ਹੈਰਾਨ ਹੋਇਆ ਵੀ ਇਹ ਕਿਵੇਂ ਹੋ ਗਿਆ ਕਿ ਮੈਂ ਵਾਰ-ਵਾਰ ਕਈਆਂ ਨੇ ਤੇ ਇਹ ਕਿਹਾ ਵੀ ਸਤਿਗੁਰਾਂ ਨੇ ਆਪ ਨਿਸ਼ਾਨਾ ਲਾਇਆ, ਪਰ ਉਹ ਅੱਗੇ ਜਾ ਕੇ ਗੱਲ ਕਲੀਅਰ ਹੋਵੇਗੀ। ਭਾਈ ਆਲਮ ਸਿੰਘ ਤੋਂ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ 3 ਵਾਰ ਕਹਿ ਕੇ ਅਜੇ ਉਸ ਸਿੱਖ ਦੀ ਹੋਰ ਪਰਖ ਹੋ ਰਹੀ ਆ ਵੀ ਹੁਣ ਵੀ ਕਹਿ ਦੇਗਾ, ਹੁਣ ਵੀ ਕਹਿ ਦੇਗਾ ਵੀ ਨਹੀਂ ਸਤਿਗੁਰੂ ਮੇਰੇ ਵੱਸ ਦੀ ਗੱਲ ਨਹੀਂ, ਪਰ ਅਜੇ ਵੀ ਅੜਿਆ ਹੋਇਆ ਉਸ ਗੱਲ ਤੇ, ਅਜੇ ਵੀ ਘੁੰਡੀ ਫਸੀ ਹੋਈ ਆ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ 3 ਵਾਰ ਭਾਈ ਆਲਮ ਸਿੰਘ ਨੂੰ ਕਿਹਾ ਬੰਦੂਕ ਚਲਾ ਤੇ 3 ਵਾਰ ਗੋਲੀ ਚਲਾਈ। ਤਿੰਨੇ ਵਾਰੀ ਉਹ ਨਿਸ਼ਾਨਾ ਜਿਹੜਾ ਉਹ ਟਿਕਾਣੇ ਤੇ ਨਹੀਂ ਲੱਗਾ ਹੈ। ਤ੍ਰਿਤੀ ਵਾਰ ਤਬ ਕਰਕੇ ਤਿਆਰੀ ਤਾਂ ਕਿ ਸ਼ਸ਼ਤ ਕੋ ਭਏ ਪ੍ਰਹਾਰੇ। ਤੀਸਰੀ ਵਾਰ ਵੀ ਪੂਰੀ ਤਿਆਰੀ ਕਰਕੇ ਨਿਸ਼ਾਨਾ ਲਾਉਣ ਦਾ ਢਾਲ ਦੇ ਉੱਤੇ ਯਤਨ ਕੀਤਾ ਹੈ। ਸੋਨੇ ਲਗੀ ਘੇਰ ਪ੍ਰਭ ਸਹਿਤ ਮੁਕ ਗਈ ਆਪਣੇ ਕਰਬ। ਤੀਸਰੀ ਵਾਰ ਵੀ ਚਲਾਈ ਹੋਈ ਬੰਦੂਕ ਜਦੋਂ ਗੋਲੀ ਟਿਕਾਣੇ ਤੇ ਨਹੀਂ ਲੱਗੀ, ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਥੋੜੇ ਰੋਹ ਵਿੱਚ ਆ ਕੇ ਭਾਈ ਆਲਮ ਸਿੰਘ ਦੇ ਕੋਲੋਂ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਹੈ। ਇਹਦੇ ਵਿਚਾਰੋ ਸਤਿਗੁਰ ਜਬੇ ਲਾਲ ਸਿੰਘ ਕੀ ਕਿਰਤ ਲਖ ਤਬੈ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਨੇ ਬੰਦੂਕ ਆਪਣੇ ਹੱਥ ਵਿੱਚ ਫੜੀ ਆ ਤੇ ਭਾਈ ਲਾਲ ਸਿੰਘ ਵੱਲੋਂ ਕੀਤੀ ਹੋਈ ਅਰਦਾਸ ਨੂੰ ਵੀ ਸਤਿਗੁਰੂ ਸਾਹਿਬ ਮਹਾਰਾਜ ਚੰਗੀ ਤਰ੍ਹਾਂ ਜਾਣਦੇ ਹਨ। ਸਭ ਸੰਗਤ ਮੈਂ ਕਰਿਓ ਕਰਾਹੂ ਤੇਰੇ ਅਰਦਾਸ ਕਰਾਇ ਸਤਾਹੂ। ਸਤਿਗੁਰੂ ਜੀ ਜਾਣਦੇ ਨੇ ਸੰਗਤ ਦੇ ਪਾਸੋਂ ਗੁਰਸਿੱਖਾਂ ਦੇ ਪਾਸੋਂ ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਗੁਰਸਿੱਖ ਨੇ ਅਰਦਾਸ ਕੀਤੀ ਹੈ। ਜਾਤੇ ਲਗਤ ਨਹੀਂ ਵਿੱਚ ਗੋਰੀ ਨੀ ਹਮਾਇਤ ਮੁਝ ਤੇ ਚੋਰੀ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਆਖਿਆ ਵੀ ਗੋਲੀ ਕਿਵੇਂ ਲੱਗ ਸਕਦੀ ਸੀ। ਅਰਦਾਸ ਕੀਤੀ ਗੁਰੂ ਚਰਨਾਂ ਦੇ ਵਿੱਚ, ਆਪਣੀ ਭੁੱਲ ਨੂੰ ਜਾਣਿਆ, ਆਪਣੀ ਭੁੱਲ ਨੂੰ ਸਮਝ ਲਿਆ, ਆਪਣੇ ਵੱਲੋਂ ਕਹੇ ਹੋਏ ਬੋਲਣ ਨੂੰ ਤੋਲਣ ਦਾ ਜਦੋਂ ਯਤਨ ਕੀਤਾ ਤੇ ਫਿਰ ਸਮਝ ਪਈ ਆ ਲਾਲ ਸਿੰਘ ਨੇ ਅਰਦਾਸ ਕੀਤੀ ਹੈ ਗੁਰੂ ਚਰਨਾਂ ਦੇ ਵਿੱਚ। ਕਲਗੀਧਰ ਸਤਿਗੁਰੂ ਜੀ ਜਾਣਦੇ ਆ, ਪਰ ਉਸ ਸਿੱਖ ਨੂੰ ਸ਼ਰਨ ਪਾਉਣਾ ਹੈ, ਉਹਦਾ ਪਰਦਾ ਢੱਕਣਾ ਹੈ, ਉਹਨੂੰ ਦੁਬਾਰਾ ਆਪਣੇ ਚਰਨਾਂ ਦੇ ਨਾਲ ਮਿਲਾਉਣਾ। ਕਲਗੀਧਰ ਸਤਿਗੁਰੂ ਜੀ ਨੇ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਹੈ। ਜਿਸ ਕਰ ਹੱਥ ਬੰਦੂਕ ਸੰਭਾਰੀ ਲਾਲ ਸਿੰਘ ਕੇ ਸਾਥ ਉਚਾਰੀ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਬੰਦੂਕ ਆਪਣੇ ਹੱਥ ਵਿੱਚ ਫੜ ਲਈ। ਭਾਈ ਲਾਲ ਸਿੰਘ ਨੂੰ ਵੇਖ ਕੇ ਤੇ ਪਾਤਸ਼ਾਹ ਇਵੇਂ ਕਹਿਣ ਲੱਗੇ ਨੇ, ਲਿਓ ਕਰ ਲਿਓ ਕਰ ਅਬੇ ਹਿਮਾਇਤ ਔਰ ਦੇਖ ਸਿਪਰ ਟੋਰ ਫੋਰੋ ਤਿਸ ਟੋਰ। ਸਤਿਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਲਾਲ ਸਿਆ ਹੁਣ ਕਰ ਲੈ ਤਿਆਰੀ, ਕਰ ਲੈ ਤਿਆਰੀ, ਹੁਣ ਗੋਲੀ ਚਲਾਉਣ ਲੱਗੇ ਆ, ਚੰਗੀ ਤਰ੍ਹਾਂ ਸੰਭਾਲ ਆਪਣੀ ਢਾਲ ਨੂੰ। ਤੂੰ ਕਹਿੰਦਾ ਸੀ ਨਾ ਗੋਲੀ ਨਹੀਂ ਲੱਗਣੀ ਇਹਦੇ ਵਿੱਚੋਂ। ਕਲਗੀਧਰ ਸਤਿਗੁਰੂ ਜੀ ਦੇ ਹੱਥ ਵਿੱਚ ਬੰਦੂਕ ਤੱਕਦਿਆਂ ਹੋਇਆਂ ਰਿਸ ਜਿਤ ਸੁਨੇ ਲਖੀ ਅਬ ਮਾਰੇ ਨਹੀਂ ਬਚੇ ਗੁਲਕਾ ਹੋਏ ਪਾਰੇ। ਸਾਧ ਸੰਗਤ ਜਦੋਂ ਕਲਗੀਧਰ ਸਤਿਗੁਰੂ ਜੀ ਦੇ ਹੱਥ ਵਿੱਚ ਬੰਦੂਕ ਵੇਖੀ ਤੇ ਬਸ ਉਸੇ ਵੇਲੇ ਹੀ ਢਹਿ ਪਿਆ ਜੀ। ਆਖਿਆ ਪਾਤਸ਼ਾਹ ਜੀ ਤੁਸੀਂ ਆਪ ਬੰਦੂਕ ਚਲਾਓ ਤੇ ਪਾਤਸ਼ਾਹ ਇਸ ਢਾਲ ਦੀ ਕੀ ਮਜਾਲ ਆ। ਤੁਸੀਂ ਚਾਹੋ ਤੇ ਆਪਣੀ ਇੱਕ ਬੰਦੂਕ ਦੀ ਗੋਲੀ ਦੇ ਨਾਲ ਕੀ ਆਪਣੇ ਇੱਕ ਬੋਲ ਦੇ ਨਾਲ ਧਰਤੀ ਨੂੰ ਫਣਾ ਕਰ ਸਕਦੇ ਹੋ। ਤੁਸੀਂ ਜੇ ਚਾਹੋ ਧਰਤੀ ਆਕਾਸ਼ ਪਾਤਸ਼ਾਹ ਆਪਣੇ ਬੋਲਾਂ ਦੇ ਨਾਲ ਕੀਤਾ ਪਸਾਓ, ਇੱਕ ਗਵਾਓ ਤਿਸਤੇ ਹੋਏ ਲੱਖ ਦਰਿਆਓ। ਤੁਸੀਂ ਚਾਹੋ ਤੇ ਆਪਣੇ ਆਪ ਬੋਲਾਂ ਦੇ ਨਾਲ ਹੀ ਸਾਰਾ ਕੁਝ ਨਾਸ਼ ਕਰ ਸਕਦੇ ਜੀ। ਤੁਹਾਡਾ ਤੇ ਇੱਕ ਤੀਰ ਤੁਹਾਡੇ ਵੱਲੋਂ ਚਲਾਇਆ ਹੋਇਆ ਇੱਕ ਵਾਰ ਬੰਦੂਕ ਦਾ ਪਹਾੜਾਂ ਨੂੰ ਚੀਰ ਕੇ ਪਾਰ ਹੋ ਸਕਦਾ ਆ।
ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਰਿਆਦ ਕਰਨ ਲੱਗਿਆ, ਪਾਤਸ਼ਾਹ ਜੀ ਮੈਂ ਨਹੀਂ ਬਚਣਾ, ਤੁਸੀਂ ਨਾ ਗੋਲੀ ਚਲਾ ਦਿਓ ਕਿਤੇ। ਇਸ ਢਾਲ ਦੀ ਕੀ ਮਜਾਲ ਹੈ, ਤੁਹਾਡੇ ਸਾਹਮਣੇ ਕੁਝ ਵੀ ਨਹੀਂ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਭਾਈ ਲਾਲ ਸਿੰਘ ਜੀ ਦੌਰ ਸਿੰਘ ਪਾਇਨ ਪਰ ਕਰਿਓ ਸ਼ਿਵੋ ਨਾਥ ਮੈਂ 60 ਹੱਠ ਧਰਿਓ। ਆਪਣੀ ਢਾਲ ਲੈ ਕੇ ਜਿਹੜੇ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਬੰਦੂਕ ਲੈ ਕੇ ਖਲੋਤੇ, ਦੌੜ ਕੇ ਪਹੁੰਚਿਆ ਕਲਗੀਧਰ ਸਤਿਗੁਰੂ ਜੀ ਦੇ ਚਰਨਾਂ ਵਿੱਚ, ਜਾ ਕੇ ਢਾਲ ਰੱਖ ਦਿੱਤੀ, ਹੱਥ ਜੋੜ ਕੇ ਆਖਿਆ, ਪਾਤਸ਼ਾਹ ਜੀ ਕਿਰਪਾ ਕਰਕੇ ਦਾਸ ਨੂੰ ਖਿਮਾ ਕਰ ਦਿਓ। ਹੋਰ ਤੇ ਹੋ ਤੁਮ ਅਵਨੀ ਸਾਰੀ ਸਿਮਰ ਬਾਪਰੀ ਕਹਾਂ ਅਗਾਰੇ। ਸਤਿਗੁਰੂ ਸਾਹਿਬ ਮਹਾਰਾਜ ਤੁਸੀਂ ਚਾਹੋ ਤੇ ਇੱਕ ਬੰਦੂਕ ਦੀ ਗੋਲੀ ਨਾਲ ਧਰਤੀ ਨੂੰ ਚੀਰ ਸਕਦੇ ਹੋ, ਪਹਾੜਾਂ ਨੂੰ ਗੱਜ ਸਕਦੇ ਹੋ। ਪਾਤਸ਼ਾਹ ਜੀ ਤੂੰ ਜਾਨੋਈ ਸਭ ਸੈ ਦੇ ਲੈਸੈ ਜਿੰਦ ਕਵਾਓ ਕਰ ਆਸਨ ਡਿਠੋ। ਚਾਹੋ ਪਾਤਸ਼ਾਹ ਤੇਰੇ ਬੋਲਾਂ ਦੇ ਨਾਲ ਜੀਵ ਨੂੰ ਜੀਵਨ ਪ੍ਰਾਪਤ ਹੁੰਦਾ ਹੈ, ਤੇਰਿਆਂ ਬੋਲਾਂ ਦੇ ਨਾਲ ਜੀਵ ਵਿੱਚੋਂ ਜਿੰਦ ਨਿਕਲਦੀ ਆ। ਇਹ ਢਾਲ ਦੀ ਕੀ ਮਜਾਲ, ਇਸ ਦਾਸ ਦੀ ਕੀ ਮਜਾਲ ਆ, ਤੇਰੇ ਸਾਹਮਣੇ ਅੜ ਸਕਦੇ ਹੋਈਏ। ਕਿਰਪਾ ਕਰਕੇ ਦਾਸ ਦੀ ਭੁੱਲ ਨੂੰ ਬਖਸ਼ਣਾ ਕਰੋ ਜੇ। ਪਿੱਖ ਗੁਰ ਪਨਿਓ ਪਿਓ ਢਿੱਡ ਹਦੇ ਰਾਤੋ ਰਾਤ ਕਰੇ ਗੁਰਮਤਿ ਲਏ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਸ਼ਰਨ ਵਿੱਚ ਆਪਣੀ ਭੁੱਲ ਨੂੰ ਬਖਸ਼ਾ ਚੁੱਕੇ, ਜਾਂ ਆਪਣੀ ਕੀਤੀ ਹੋਈ ਭੁੱਲ ਨੂੰ ਜਾਣ ਚੁੱਕੇ ਉਸ ਗੁਰਸਿੱਖ ਦਾ ਪਰਦਾ ਢੱਕ ਲਿਆ। ਲਾਜ ਰੱਖ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਬੰਦੂਕ ਨਹੀਂ ਚਲਾਈ, ਗੋਲੀ ਨਹੀਂ ਚਲਾਈ, ਕਿਉਂਕਿ ਕੇਵਲ ਉਸ ਗੁਰਸਿੱਖ ਨੂੰ ਜਿਤਾਉਣਾ ਸੀ। ਸਾਡੇ ਸਾਰਿਆਂ ਤੇ ਕਿਰਪਾ ਕਰਕੇ ਸਾਡੇ ਅੰਦਰ ਨੂੰ ਪੱਕਿਆਂ ਕਰਨਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਸਿੱਖ ਦੀ ਕੀਤੀ ਹੋਈ ਫਰਿਆਦ ਨੂੰ ਜਾਣਦਿਆਂ ਹੋਇਆਂ ਸਾਰੀ ਸੰਗਤ ਨੂੰ ਜਿਤਾ ਵੀ ਦਿੱਤਾ, ਜਨਾ ਵੀ ਦਿੱਤਾ। ਇੱਕ ਪਾਸੇ ਸਿੱਖ ਤੋਂ ਗੋਲੀ ਚਲਵਾ ਵੀ ਦਿੱਤੀ ਤੇ ਸਾਧ ਸੰਗਤ ਤੋਂ ਢਾਲ ਨੂੰ ਲੱਗੀ ਨਹੀਂ, ਪਰਦਾ ਵੀ ਢੱਕ ਲਿਆ, ਸਿੱਖ ਦੀ ਵਡਿਆਈ ਵੀ ਕਰਵਾ ਦਿੱਤੀ, ਸਿੱਖ ਨੂੰ ਸਚਿਆਰ ਵੀ ਸਾਬਤ ਕਰ ਦਿੱਤਾ। ਤੇ ਸਿੱਖ ਨੂੰ ਆਪਣੀ ਸ਼ਰਨ ਦੇ ਵਿੱਚ, ਜਿਵੇਂ ਰੱਬੀ ਬਾਣੀ ਦੇ ਬੋਲ ਨੇ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਦੁਬਾਰਾ ਆਪਣੇ ਚਰਨਾਂ ਦੇ ਨਾਲ ਭਾਈ ਲਾਲ ਸਿੰਘ ਜੀਆਂ ਨੂੰ ਮਿਲਾ ਲਿਆ। ਇਸ ਪ੍ਰਕਾਰ ਮੇਰੇ ਸਤਿਗੁਰਾਂ ਨੇ ਢਾਲ ਦੀ ਪਰਖ ਕੀਤੀ ਤੇ ਗੁਰਸਿੱਖ ਨੂੰ ਉਸ ਪਰਖ ਵਿੱਚੋਂ ਆਪ ਹੀ ਪੂਰਿਆਂ ਕੱਢਿਆ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਗੁਰਮਤਿ ਦੀ ਦਾਤ ਪਾ ਦੇਣ। ਸਾਡਾ ਗੁਰੂ ਘਰ ਆਉਣਾ ਸਫਲ ਹੋ ਜਾਏ। ਉਹ ਤਾਂ ਹੋਵੇਗਾ ਜੇ ਅਸੀਂ ਗੁਰੂ ਅਨੁਸਾਰੀ ਹੋ ਕੇ ਆਵਾਂਗੇ, ਗੁਰੂ ਕੀ ਮੱਤ ਨੂੰ ਗ੍ਰਹਿਣ ਕਰਨ ਦਾ ਯਤਨ ਕਰਾਂਗੇ। ਆਪ ਜੀਆਂ ਦੇ ਨਾਲ ਇਤਿਹਾਸ ਦੀ ਵਿਚਾਰ ਕਰਦੇ ਹਾਂ, ਕੋਈ ਵੱਧ ਘੱਟ ਆਖਿਆ ਗਿਆ ਬੋਲ ਉਹਦੇ ਵਾਸਤੇ ਖਿਮਾ ਚਾਹੁੰਦਾ ਹਾਂ। ਸਤਿਗੁਰੂ ਸਾਹਿਬ ਮਹਾਰਾਜ ਮਿਹਰਾਮਤ ਕਰਨ, ਆਪ ਸੰਗਤਾਂ ਦੇ ਨਾਲ ਵਿਚਾਰ ਕਰਨ ਦੀ ਸੋਝੀ ਸਮਰੱਥਾ ਬਖਸ਼ਿਸ਼ ਕਰਨ। ਆਓ ਇੱਕ ਖਿਣ ਰਲ ਕੇ ਸਿਮਰਨ ਵਿੱਚ ਹਾਜ਼ਰੀ ਲਾਈਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਕਿਰਪਾ ਕਰਿਓ ਜੀ। ਵਾਹਿਗੁਰੂ 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 ਵਾਹਿਗੁਰੂ
ਸਹਜ ਹੈ ਚੜ੍ਹੈ ਸ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ